ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ। ਇੱਕ ਐਸੇ ਸ਼ਖਸ ਦੇ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਜਿਹੜਾ ਕਿ ਆਪਣੀ ਦੋਸਤੀ ਦੇ ਲਈ ਕਾਫੀ ਪ੍ਰਸਿੱਧ ਹੈ। ਇਸ ਇਨਸਾਨ ਦੀ ਦੋਸਤੀ ਕਿਸੇ ਰਿਸ਼ਤੇਦਾਰ, ਕਿਸੇ ਵਿਅਕਤੀ ਜਾਂ ਫਿਰ ਕਿਸੇ ਔਰਤ ਦੇ ਨਾਲ ਨਹੀਂ। ਇਸ ਦੀ ਦੋਸਤੀ ਉਸ ਦੇ ਨਾਲ ਹੈ ਜਿਸ ਨੂੰ ਘਰ ਦੇ ਵਿੱਚ ਦਾਖਲ ਦੇਖ ਹਰ ਕੋਈ ਘਰ ਤੋਂ ਬਾਹਰ ਭੱਜ ਜਾਂਦਾ ਹੈ। ਉਸ ਦੀ ਦਹਿਸ਼ਤ ਇੰਨੀ ਹੈ ਕਿ ਉਸ ਨੂੰ ਦੇਖ ਕੇ ਦੂਰ ਦੂਰ ਲੋਕੀ ਖੜੇ ਹੋ ਜਾਂਦੇ ਨੇ। ਸਹੀ ਸਮਝਿਆ, ਇਸ ਇਨਸਾਨ ਦੀ ਦੋਸਤੀ ਸੱਪਾਂ ਦੇ ਨਾਲ ਹੈ। ਇਸ ਦਾ ਕਹਿਣਾ ਹੈ ਕਿ ਸੱਪ ਇਸ ਦੇ ਦੋਸਤ ਨੇ ਤੇ ਹਮੇਸ਼ਾ ਇਹਨਾਂ ਦੇ ਨਾਲ ਹੀ ਰਹਿਣਾ ਚਾਹੁੰਦਾ ਹੈ। ਹਰਪਾਲ ਸਿੰਘ ਬ੍ਰਹਮਚਾਰੀ ਇਸ ਦਾ ਨਾਮ ਹੈ। ਇਹਦਾ ਕੰਮ ਹੈ ਸੱਪਾਂ ਨੂੰ ਫੜਨਾ। ਸੱਪਾਂ ਨੂੰ ਫੜਨ ਵੇਲੇ ਬਿਲਕੁਲ ਨਹੀਂ ਡਰਦਾ। ਸਭ ਤੋਂ ਵੱਡੀ ਗੱਲ ਕਿ 22 ਵਾਰ ਅਜਿਹਾ ਹੋ ਚੁੱਕਾ ਹੈ ਕਿ ਜ਼ਹਿਰੀਲੇ ਸੱਪਾਂ ਨੇ ਇਸ ਨੂੰ ਡੰਗਿਆ, ਪਰ ਇਹ ਅੱਜ ਵੀ ਜ਼ਿੰਦਾ ਹੈ। ਇਸ ਦਾ ਕਹਿਣਾ ਹੈ ਕਿ ਇਹ ਬਿਨਾਂ ਜ਼ਹਿਰ ਕੱਢੇ ਸੱਪਾਂ ਨੂੰ ਆਪਣੇ ਗਲੇ ਦੇ ਵਿੱਚ ਪਾ ਲੈਂਦਾ ਹੈ। ਦਿਨ ਹੋਵੇ, ਰਾਤ ਹੋਵੇ, ਮੀਂਹ ਹੋਵੇ, ਹਨੇਰੀ ਹੋਵੇ, ਇੱਕ ਫੋਨ ਕਰੋ, ਇਹ ਉਸੇ ਵੇਲੇ ਸੱਪ ਫੜਨ ਦੇ ਲਈ ਪਹੁੰਚ ਜਾਂਦਾ ਹੈ। ਇਸ ਇਨਸਾਨ ਦਾ ਕਹਿਣਾ ਹੈ ਕਿ ਆਪਣੀ ਮਾਂ ਤੋਂ ਇਸਨੇ ਇਹ ਗੁਰ ਸਿੱਖਿਆ ਹੈ। ਔਰ ਇਸ ਦਾ ਇਹ ਵੀ ਕਹਿਣਾ ਹੈ ਕਿ ਕਈ ਲੋਕਾਂ ਨੇ ਸਮਝਾਇਆ ਇਸ ਨੂੰ ਕਿ ਇਸ ਕੰਮ ਨੂੰ ਕਰਨ ਤੋਂ ਪਿੱਛੇ ਹਟ ਜਾ, ਪਰ ਇਹ ਪਿੱਛੇ ਨਹੀਂ ਹਟਿਆ। ਔਰ ਇਸ ਦਾ ਕਹਿਣਾ ਹੈ ਕਿ ਇਹ ਮੇਰੇ ਦੋਸਤ ਨੇ ਔਰ ਮੈਂ ਇਹਨਾਂ ਦੇ ਵਿੱਚ ਹੀ ਰਹਿ ਕੇ ਜਿਉਂਦਾ ਰਵਾਂਗਾ। ਨਵਾਂ ਸ਼ਹਿਰ ਤੋਂ ਸਾਡੇ ਪੱਤਰਕਾਰ ਲਾਲ ਕਮਲ ਨੇ ਇਸ ਵਿਅਕਤੀ ਦੇ ਨਾਲ ਖਾਸ ਮੁਲਾਕਾਤ ਕੀਤੀ ਕਿ ਕੁਝ ਕਹਿਣਾ ਇਸ ਦਾ ਆਪਣੀ ਜ਼ਿੰਦਗੀ ਦੇ ਬਾਰੇ ਔਰ ਇਹਨਾਂ ਸੱਪਾਂ ਦੇ ਬਾਰੇ। ਆਓ ਤੁਹਾਨੂੰ ਇੱਕ ਵਾਰੀ ਦਿਖਾਉਂਦੇ ਹਾਂ, ਮਿਲਵਾਉਂਦੇ ਹਾਂ ਹਰਪਾਲ ਸਿੰਘ ਬ੍ਰਹਮਚਾਰੀ ਦੇ ਨਾਲ। ਇਹ ਮੈਂ ਹੁਣੇ ਹੀ ਛੱਡ ਦੇਣਾ ਵਾ ਖਾਲੀ ਦਾ ਵੇਖ ਕੇ ਘਰ ਵਾਲਿਆਂ ਦੀ। ਮੈਂ ਹਰ ਇੱਕ ਸੱਪ ਇਸ ਤਰੀਕੇ ਨਾਲ ਫੜਦਾ ਵਾ, ਕੋਈ ਤਗੜਾ ਵਾ, ਕੋਈ ਮਾੜਾ ਵਾ, ਕੋਈ ਜਿਹੜਾ ਮਰਜ਼ੀ ਸੱਪ ਆ। ਤੇ ਮੈਂ ਕਦੀ ਸੱਪ ਦਾ ਜ਼ਹਿਰ ਨਹੀਂ ਕੱਢਿਆ, ਕਦੀ ਦੰਦ ਨਹੀਂ ਤੋੜੇ, ਕਦੀ ਚੋਰੀ ਨੂੰ ਨਹੀਂ ਦਿੱਤਾ। ਮੈਂ ਤੇਰੇ ਕੋਲ ਆਉਂਦਾ ਮੈਨੂੰ ਸੱਚੀ ਨਹੀਂ ਕਰਨੀ। ਲੋ ਜੀ, ਜੈ ਸ਼ੰਕਰ ਜੈ ਨਾਗ ਦੇਵਤਾ। ਮੈਂ ਜ਼ਿਲ੍ਹਾ ਤਰਨਤਾਰਨ ਸ਼ਹਿਰ ਪੱਟੀ ਦਾ ਰਹਿਣ ਵਾਲਾ ਵਾਂ। ਇਹ ਮੇਰਾ ਦੂਜਾ ਸੱਪ ਜੇ। ਲੋ ਜੀ, ਜਿੱਥੇ ਤੁਸੀਂ ਖੋਲੋ ਆਲਾ ਕਦੀ ਜਿਸ ਤਰ੍ਹਾਂ ਕਰਦੇ ਤੁਸੀਂ ਕਦੀ ਕੱਟਿਆ ਵੀ ਹੈ ਕਿਸੇ ਸੱਪ ਨੇ ਤੁਹਾਨੂੰ? ਮੈਨੂੰ 2 ਸਾਲਾਂ 'ਚ 22 ਸੱਪਾਂ ਨੇ ਕੱਟਿਆ ਮੇਰੇ ਏਰੀਏ 'ਚ। ਮੈਂ ਪ੍ਰੂਵ ਕਰ ਸਕਦਾ, ਇੱਕ ਵਾਰੀ ਮੈਨੂੰ ਇੱਕ ਸੱਪ ਨੇ ਕੱਟਿਆ, ਮੇਰੀ ਪੂਰੀ ਲੱਤ ਬਲਾਸਟ ਹੋ ਗਈ। ਮੈਂ 1.5 ਮਹੀਨਾ ਮੰਜੀ ਤੇ ਰਿਹਾ। ਮੈਂ 15 ਦਿਨ ਮੰਜੀ ਤੇ ਬਾਥਰੂਮ ਬਾਲਟਾ ਰੱਖ ਕੇ ਕੀਤਾ ਕਿ ਜਦੋਂ ਮੈਂ ਪੈਰ ਥੱਲੇ ਲਾਉਂਦਾ ਸੀ ਉਹ ਲੱਤ ਦਾ ਜਿਹੜਾ ਪੈਰ ਦਾ ਸੀ ਮਾਸ ਪਾੜ ਜਾਂਦਾ ਸੀ। ਗੋਡੇ ਤੋਂ ਥੱਲੇ ਮੇਰੀ ਲੱਤ ਕਾਫੀ ਜ਼ਿਆਦਾ ਗਲ ਚੁੱਕੀ ਸੀ। ਪਰ ਜਦੋਂ ਕਿਸੇ ਨੇ ਕਹਿਣਾ ਸੱਪ ਨਿਕਲਿਆ ਵਾ ਘਰ ਆਇਓ, ਉਹਨਾਂ ਨੇ ਮੋਟਰਸਾਈਕਲ ਲਿਆਉਣਾ, ਮੈਂ ਇੱਕ ਹੌਕੀ ਜਾਂ ਡੰਡੇ ਦੀ ਸਹਾਰੇ ਲੱਤ ਦੇ ਸਹਾਰੇ ਦੇ ਨਾਲ ਮੈਂ ਜਾ ਕੇ ਸੱਪ ਫੜਨੇ ਆ। ਉਸ ਟਾਈਮ ਮੈਂ ਸ਼ਹਿਰ ਵਾਲੇ ਨੂੰ ਵੀਡੀਓ ਪਾਈ ਕਿ ਮੇਰੇ ਅੱਜ ਬੱਚੇ ਰੋਟੀ ਤੋਂ ਤੰਗ ਆ, ਮੇਰੀ ਹੈਲਪ ਕਰੋ। ਮੇਰੀ ਕਿਸੇ ਨੇ 1 ਰੁਪਏ ਦੀ ਹੈਲਪ। ਮਹਾਰਾਜ ਜੀ, ਗੁਰਦੁਆਰੇ ਸੱਪ ਨਿਕਲੇ, ਚਰਚ ਨਿਕਲੇ, ਮੰਦਿਰ ਨਿਕਲੇ, ਸਰਕਾਰੀ ਸਕੂਲ 'ਚ ਨਿਕਲੇ, ਨਿਰੰਕਾਰੀਆਂ ਦੇ ਭਵਨ 'ਚ ਨਿਕਲੇ, ਰਾਧਾ ਸੁਆਮੀਆਂ ਦੇ ਡੇਰੇ 'ਚ ਨਿਕਲੇ, ਕਿਸੇ ਮੰਦਿਰ 'ਚ ਨਿਕਲੇ। ਮੈਂ ਤੇਲ ਦਾ ਖਰਚਾ ਵੀ ਨਹੀਂ ਲੈਣਾ। ਕਦੀ ਕਿਸੇ ਨੇ ਸਟੇਜ ਤੇ ਸੱਦ ਕੇ 10 ਰੁਪਏ ਦਾ ਸਰੋਪਾ ਨਹੀਂ ਪਾਇਆ। ਇੱਕ ਸਕੂਲ ਦੇ ਵਿੱਚ ਮੈਨੂੰ 5 ਸਾਲ ਹੋ ਗਏ ਸੱਪ ਫੜਦਿਆਂ। ਮੈਂ 25 30 ਸੱਪ ਉਹ ਸਕੂਲ ਉਹ ਕਾਲਜ ਦੇ ਵਿੱਚੋਂ ਫੜਦਾ ਵਾਂ। ਅੱਜ ਤੱਕ ਕਦੀ ਉਹਨਾਂ ਨੇ ਸਟੇਜ ਤੇ ਸੱਦ ਕੇ ਕਿਸੇ ਫੰਕਸ਼ਨ 'ਚ ਸੱਦ ਕੇ ਇੱਕ 50 ਰੁਪਏ ਦੀ ਟਰੋਫੀ ਨਹੀਂ ਦਿੱਤੀ। ਕਿਸੇ ਨੇ ਕਦਰ ਨਹੀਂ ਪਾਈ। ਇਹ ਜਿਹੜਾ ਸੱਪ ਤੁਸੀਂ ਕਿਸੇ ਦੇ ਘਰ ਫੜਨ ਜਾਂਦੇ ਜਦੋਂ, ਉਹਨਾਂ ਤੋਂ ਕੋਈ ਖਰਚਾ 1000 2000 ਜਾਂ 10000 ਕੋਈ ਲੈਂਦੇ ਪੈਸਾ ਵੀ? ਬਹੁਤ ਵਧੀਆ ਸਵਾਲ ਕੀਤਾ। 10 ਸਾਲ ਮੈਂ ਕਿਸੇ ਕੋਲ 1 ਰੁਪਈਆ ਸੱਪ ਫੜਨ ਦਾ ਨਹੀਂ ਲਿਆ। ਰਾਤ 1 ਵਜੇ ਜਾਣਾ ਵਾ, ਕਿਸੇ ਨੇ ਫੋਨ ਕੀਤਾ, ਸਰਵਿਸ ਮੇਰੀ 10-15 ਕਿਲੋਮੀਟਰ ਦੀ ਰੇਂਜ ਦੇ ਵਿੱਚ ਸੱਪ ਫੜਨੀ ਕੋਈ ਸੱਤੇ, ਮੈਂ 20 ਮਿੰਟ ਦੇ ਵਿੱਚ ਪਹੁੰਚ ਜਾਂਦਾ। ਸਿਰਫ ਮੋਟਰਸਾਈਕਲ ਹੋਣਾ, ਬੈਗ ਲੈਣਾ ਤੇ ਮੈਂ ਉਹ ਜਾ ਕੇ ਸੱਪ ਫੜ ਦੇਣਾ। ਮੈਂ 10 ਸਾਲ ਸੱਪ ਫੜਨ ਦਾ ਕੋਈ ਪੈਸਾ ਨਹੀਂ ਲਿਆ। ਜਦੋਂ ਮੇਰੀ ਲੱਤ ਗਲ ਗਈ ਤੇ ਮੈਂ ਸੋਚਿਆ ਕਿ ਮੈਂ ਕੰਮ ਤਾਂ ਆਪਣੇ ਸ਼ੌਂਕ ਲਈ ਕਰਦਾ। ਤਾਂ ਪੈਪਸੀ ਗੱਡੀ ਦੀ ਕੰਪਨੀ ਦੀ ਗੱਡੀ ਚਲਾਉਣਾ ਵਾ, ਰੋਜੀ ਰੋਟੀ ਘਰਦਿਆਂ ਨੂੰ ਮਿਲੀ ਜਾਂਦੀ ਹੈ ਤੇ ਮੈਂ ਇਹ ਕੰਮ ਛੱਡਦਾ। ਪਰ ਫਿਰ ਮੈਂ ਇੱਕ ਦਿਨ ਸੁੱਤੇ ਪਿਆ ਨੇ ਸੋਚਿਆ ਕਿ ਇੰਨੇ ਟਾਈਮ ਲੋਕਾਂ ਦੀ ਸੇਵਾ ਕੀਤੀ ਹੈ, ਕਿਉਂ ਨਾ ਬੇਜ਼ਬਾਨ ਜਾਨਵਰਾਂ ਦੀ ਸੇਵਾ ਕੀਤੀ ਜਾਏ। ਮੈਂ ਜਦੋਂ ਸੱਪ ਫੜਦਾ ਮੈਂ 1000 ਰੁਪਇਆ ਲੈਣਾ ਇੱਕ ਸੱਪ ਦਾ। ਉਹਦੇ ਵਿੱਚ ਮੈਂ ਕਹਿੰਦਾ ਵੀ 500 ਰੁਪਏ ਦਾ ਦੁੱਧ ਆਪਣੇ ਮਹੱਲੇ ਦੇ ਕੁੱਤਿਆਂ ਨੂੰ ਪਾ ਦਿਓ, ਮੈਨੂੰ ਕੋਈ ਇਤਰਾਜ਼ ਨਹੀਂ। ਉਹਦੇ ਵਿੱਚ 500 ਰੁਪਈਆ ਮੈਂ ਲੈਣਾ ਵਾ। ਉਹਦੇ ਵਿੱਚ ਜਦੋਂ ਮੈਂ ਸੱਪ ਫੜਦਾ ਵਾਂ, ਸਾਡਾ ਕੜਾਹੀ ਹੁੰਦੀ ਆ, ਬਾਬਿਆਂ ਨੂੰ ਦੇਸੀ ਘਿਓ ਦਾ ਪ੍ਰਸ਼ਾਦ ਚੜਾਈਦਾ ਵਾ, 200-300 ਰੁਪਇਆ ਉਹਦੇ 'ਤੇ ਲੱਗਦਾ। ਜਿਹੜਾ ਬਾਕੀ ਦਾ 100-200 ਰੁਪਈਆ ਵੱਧਦਾ ਵਾ, ਕਿਸੇ ਕੁੱਤੇ ਨੂੰ ਗਲੂਕੋਸ਼ ਦੀ ਲੋੜ ਆ, ਕਿਸੇ ਨੂੰ ਟੀਕੇ ਲਵਾਉਣ ਦੀ ਲੋੜ ਆ, ਕਿਸੇ ਦੇ ਕੰਨ 'ਚ ਕੀੜੇ ਪਏ ਆ, ਕਿਸੇ ਨੂੰ ਟ੍ਰੀਟਮੈਂਟ ਦੀ ਲੋੜ ਆ, ਮੈਂ ਉਹ ਆਪਣੀ ਜੇਬ 'ਚੋਂ ਕਰਦਾ। ਨਾ ਮੇਰੇ ਨਾਲ ਕੋਈ ਸੰਸਥਾ ਜੁੜੀ ਆ, ਨਾ ਮੇਰੇ ਨਾਲ ਕੋਈ ਸ਼ਹਿਰ ਦਾ ਲੋਕ ਜੋੜਿਆ,
ਨਾ ਕੋਈ ਮੈਨੂੰ YouTube ਤੋਂ ਪੈਸੇ ਆਉਂਦੇ ਆ ਤੇ ਨਾ ਹੀ ਕੋਈ ਬੰਦਾ ਆਣ ਕੇ ਮੇਰੇ ਕਹਿੰਦਾ ਵੀ ਭਾਜੀ ਇਹ 2000 ਰੁਪਇਆ 500 ਰੁਪਇਆ ਲੈ ਕੇ ਤੇ ਕੁੱਤਿਆਂ ਦੀ ਸੇਵਾ ਕਰੋ। ਇੰਨਾ ਖਤਰਨਾਕ ਤੁਸੀਂ ਕੰਮ ਕਰਦੇ ਜੇ, ਜ਼ਿੰਦਗੀ ਮੌਤ ਨਾਲ ਖੇਡਦੇ ਜੇ। ਕਦੀ ਪਰਿਵਾਰ ਦੇ ਵਿੱਚ ਬੱਚਿਆਂ ਪਰਿਵਾਰ ਨੇ ਕਿਹਾ ਨਹੀਂ ਕਿ ਪਾਪਾ ਤੁਸੀਂ ਕਿਉਂ ਕਰਦੇ ਹੋ, ਜੇ ਕੁਝ ਹੋ ਗਿਆ ਤੁਹਾਨੂੰ ਤੇ ਫਿਰ ਸਾਡਾ ਕੀ ਬਣੂਗਾ? ਸਾਰੇ ਹੀ ਕਹਿੰਦੇ ਆ, ਵਾਈਫ ਨੇ ਬਹੁਤ ਡੱਕਿਆ, ਸਹੁਰਿਆਂ ਨੇ ਬਹੁਤ ਡੱਕਿਆ, ਭੈਣ ਭਰਾ ਦੇ ਅੱਜ ਤੱਕ ਡੱਕਦੇ ਆ। ਜਦੋਂ ਵੀ ਕੋਈ ਸੱਪ ਵੜਦੇ ਦੀ ਨਵੀਂ ਵੀਡੀਓ ਦੇਖਦੇ ਆ, ਜਿੱਦਾਂ ਮੋਢੇ ਤੇ ਰੱਖਦਾ ਬਹੁਤ ਗਾਲਾਂ ਕੱਢਦੇ ਆ ਭੈਣ ਭਰਾ ਕਿ ਤੂੰ ਕੰਜਰਾ ਕਿਹੜੇ ਕੰਮ 'ਚ ਪੈ ਗਿਆ। ਸ਼ੌਂਕ ਇਹ ਸੀ ਕਿ ਮੇਰੇ ਸ਼ਹਿਰ 'ਚ ਨਾਮ ਹੋਏ। ਜਦੋਂ ਮੈਂ ਹੱਥ ਤੇ ਆ ਮੁੰਦਰੀਆਂ ਤੇ ਕੜੇ ਪਾਉਣੇ ਸ਼ੁਰੂ ਕੀਤੇ, ਮੇਰੀ ਸਰਕਾਰ ਨੇ ਮੇਰਾ ਦਿਨਾਂ 'ਚ ਨਾਂ ਮੇਰੇ ਸ਼ਹਿਰ 'ਚ ਕੀਤਾ। ਉਸ ਤੋਂ ਬਾਅਦ ਸ਼ੌਂਕ ਹੋਇਆ ਕਿ ਮੇਰਾ ਜ਼ਿਲ੍ਹੇ 'ਚ ਨਾਂ ਹੋਏ, ਮੇਰੇ ਮਾਲਕ ਨੇ ਮੇਰਾ ਜ਼ਿਲ੍ਹੇ 'ਚ ਨਾਂ ਕੀਤਾ। ਮੈਂ ਚਾਹੁੰਦਾ ਕਿ ਮੇਰਾ ਪੂਰੇ ਪੰਜਾਬ 'ਚ ਨਾਂ ਹੋਏ, ਤੇ ਜੇ ਪੰਜਾਬ 'ਚ ਨਾਂ ਬਣਾਉਣਾ ਵਾ ਤੇ ਫਿਰ ਜਾਨ ਤੇ ਰਿਸਕ ਤਾਂ ਲੈਣਾ ਹੀ ਪੈਣਾ ਵਾ। ਲੋਕ ਮਾੜੇ ਕੰਮ ਕਰਕੇ, ਲੜਾਈਆਂ ਝਗੜੇ ਕਰਕੇ, ਹੋਰ ਕੰਮ ਕਰਕੇ ਫੇਮਸ ਹੋਣਾ ਚਾਹੁੰਦੇ ਆ, ਨਾ ਅਸੀਂ ਨਾ। ਜਾਨ ਤੇ ਰਿਸਕ ਉਹ ਵੀ ਆਪਣੀ ਤੇ ਲੈਂਦੇ ਆ ਤੇ ਜਾਨ ਤੇ ਰਿਸਕ ਅਸੀਂ ਵੀ ਆਪਣੀ ਤੇ ਲੈਂਦੇ ਆ, ਪਰ ਦੋਵਾਂ ਦੇ ਰਿਸਕ ਦੇ ਵਿੱਚ ਬੜਾ ਹੀ ਅੰਤਰ ਵਾ। ਇਸ ਕੰਮ ਦੇ ਵਿੱਚ ਤੁਹਾਡੀ ਜਿਹੜੀ ਆ ਕਾਫੀ ਜਾਣਕਾਰੀ ਆ। ਕਦੀ ਕਿਸੇ ਬੰਦੇ ਨੂੰ ਸੱਪ ਲੜਿਆ ਹੋਵੇ ਤੇ ਉਹਦੀ ਜਾਨ ਬਚਾਈ ਹੋਵੇ, ਕਿੰਨੇ ਕੁ ਲੋਕ ਇਹੋ ਜਿਹੇ? ਦੇਖੋ, ਬਹੁਤ ਵਧੀਆ ਸਵਾਲ ਵਾ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜਦੋਂ ਕਿਸੇ ਨੂੰ ਸੱਪ ਕੱਟਦਾ ਵਾ, ਮੈਂ ਤੁਹਾਨੂੰ ਮੌਕੇ ਦਾ ਟ੍ਰੀਟਮੈਂਟ ਦੱਸਦਾ। ਮੌਕੇ ਦਾ ਟ੍ਰੀਟਮੈਂਟ ਡਾਕਟਰ ਤੋਂ ਜਾਣ ਤੋਂ ਪਹਿਲਾਂ ਤੁਸੀਂ ਕੀ ਕਰਨਾ ਵਾ, ਮੈਂ ਤੁਹਾਨੂੰ ਉਹ ਜਿਹੜਾ ਟ੍ਰੀਟਮੈਂਟ ਵਾ ਉਹ ਚੀਜ਼ ਸਮਝਾਉਣ ਲੱਗਾ। ਮੰਨ ਲਓ ਸਾਨੂੰ ਸੱਪ ਕੱਟਦਾ ਵਾ, ਸਾਡੇ ਕੋਲ ਬੈਗ ਹੁੰਦਾ, ਅਸੀਂ ਸਾਰਾ ਸਮਾਨ ਇਸ ਤਰੀਕੇ ਨਾਲ ਓਪਨ ਕੀਤਾ ਹੁੰਦਾ। ਅਸੀਂ ਆਪਣਾ ਇਲਾਜ 1 ਮਿੰਟ ਦੇ ਵਿੱਚ ਸ਼ੁਰੂ ਕਰ ਦਿੰਦੇ, 1 ਮਿੰਟ ਵੀ ਜ਼ਿਆਦਾ ਵਾ। ਇਸ ਚੀਜ਼ ਨੂੰ ਕਹਿੰਦੇ ਠਿਕਰੀ ਨਿਸ਼ਾਦਰ। ਜਦੋਂ ਕਿਸੇ ਨੂੰ ਸੱਪ ਕੱਟਦਾ ਵਾ, ਮੰਨ ਲਓ ਮੈਨੂੰ ਇਸ ਜਗ੍ਹਾ 'ਤੇ ਸੱਪ ਕੱਟ ਗਿਆ, ਮੈਂ ਇਸ ਚੀਜ਼ ਦੇ ਨਾਲ ਉਹ ਜਗ੍ਹਾ ਨੂੰ ਬੰਨ੍ਹ ਲੈਣਾ। ਇੱਥੋਂ ਬੰਨ੍ਹ ਲਿਆ ਤੇ ਇੱਥੋਂ ਬੰਨ੍ਹ ਲੈਣਾ। ਦੋ ਥਾਵਾਂ ਤੋਂ ਮੈਂ ਚੀਜ਼, ਇੱਕ ਮਿੰਟ, ਦੋ ਥਾਵਾਂ ਤੋਂ ਜਿਹੜੀ ਚੀਜ਼ ਵਾ ਉਹ ਮੈਂ ਬੰਨ੍ਹ ਲਈ। ਉਸ ਤੋਂ ਬਾਅਦ ਜੋ ਮੈਂ ਇੱਕ ਸਿਰਿੰਜ ਲੈਣੀ ਆ, ਸਿਰਿੰਜ ਇਸ ਤਰੀਕੇ ਨਾਲ ਸਿੱਧੀ ਹੁੰਦੀ ਆ, ਇਹਨੂੰ ਇਸ ਤਰੀਕੇ ਦੇ ਨਾਲ ਕੱਟ ਲਈਦਾ ਵਾ। ਸਿਰਿੰਜ ਲੈ ਲਈ, ਜਿੱਥੇ ਮੈਨੂੰ ਸੱਪ ਦੇ ਦੰਦ ਕੱਟੇ ਆ, ਭਾਵੇਂ ਉਹ ਜ਼ਰੀਲਾ ਵਾ ਭਾਵੇਂ ਉਹ ਕੋਬਰਾ ਵਾ, ਜਿਹੜਾ ਮਰਜ਼ੀ ਆ, ਆਪਾਂ ਇਸ ਤਰੀਕੇ ਦੇ ਨਾਲ ਉੱਥੇ ਸਿਰਿੰਜ ਰੱਖਣੀ। ਸਿਰਿੰਜ ਰੱਖ ਕੇ ਇਹਨੂੰ ਖਿੱਚਣਾ ਬਿਨਾਂ ਚੀਰਾ ਦੇਣ ਤੋਂ। ਜਿੱਥੇ ਸੱਪ ਦੇ ਦੰਦ ਵੱਜੇ ਹੁੰਦੇ ਆ, ਉਸ ਦੰਦਾਂ ਦੇ ਦਾਣੀ ਤੁਸੀਂ ਆਹ ਜਿਹੜਾ ਡੂੰਘਾ ਵਾ, ਇਹ ਸੱਪ ਦੇ ਲਹੂ ਦੇ ਨਾਲ ਸਿਰਿੰਜ ਦੇ ਨਾਲ ਕੱਢ ਸਕਦੇ ਜੀ। ਫਿਰ ਉਸ ਤੋਂ ਬਾਅਦ ਜੋ 2-3 ਵਾਰੀ ਸਿਰਿੰਜ ਨਾਲ ਲਹੂ ਕੱਢ ਕੇ, ਇਸ ਚੀਜ਼ ਨੂੰ ਕਹਿੰਦੇ ਠਿਕਰੀ ਨਿਸ਼ਾਤਰ। ਇਸ ਚੀਜ਼ ਦਾ ਪਾਊਡਰ ਬਣਾ ਲਈਦਾ। ਪਾਊਡਰ ਬਣਾ ਕੇ, ਜਿਸ ਤਰ੍ਹਾਂ ਇੱਥੇ ਸੱਪ ਕੱਟੇ, ਛੋਟੇ ਛੋਟੇ 5-4 ਚੀਰੇ ਦੇਣੇ ਆ। ਚੀਰੇ ਦੇ ਕੇ ਤੇ ਇਹ ਚੀਰਿਆਂ ਦੇ ਵਿੱਚ ਇਹਦਾ ਪਾਊਡਰ ਭਰਨਾ ਵਾ। ਇਹਦੇ ਪਾਊਡਰ ਭਰਨ ਦੇ ਨਾਲ ਇਹ ਕਿ ਜਿਹੜਾ ਸਰੀਰ ਦੇ ਵਿੱਚ ਜ਼ਹਿਰ ਫੈਲਣਾ ਵਾ, ਇਹ ਗੱਲ ਪੱਕੀ ਆ ਵੀ ਉਹ ਚੀਜ਼ ਇਸ ਚੀਜ਼ ਦੇ ਜ਼ਹਿਰ ਨੂੰ ਗਾਂ ਨਹੀਂ ਵਧਣ ਦਊਗੀ, ਉਹ ਜ਼ਹਿਰ ਨੂੰ ਖਤਮ ਕਰ ਦੂਗੀ। ਡਾਕਟਰ ਨਹੀਂ ਮੰਨਦੇ ਇਸ ਚੀਜ਼ ਨੂੰ, ਪਰ ਜਿੰਨੇ ਜੋਗੀ ਆ ਉਹ ਨਿਸ਼ਾਦਰ ਵਰਤਦੇ ਆ। ਸਟਾਰਟਿੰਗ ਅਸੀਂ ਨਿਸ਼ਾਦਰ ਵਰਤਣਾ। ਉਸ ਤੋਂ ਬਾਅਦ ਜੋ ਸਾਡੇ ਕੋਲ ਕੁਝ ਹੋਰ ਦਵਾਈਆਂ ਹੁੰਦੀਆਂ, ਅਸੀਂ ਨਿਸ਼ਾਦਰ 'ਚ ਮਿਕਸ ਕਰ ਲਈ ਦੀ। ਅਸੀਂ ਇਸ ਚੀਜ਼ ਦੀ ਪਾਵਰ ਵਧਾ ਲੈਂਦੇ ਆ, ਪਰ ਆਮ ਬੰਦੇ ਨੇ ਪਾਵਰ ਨਹੀਂ ਵਧਾਉਣੀ, ਸਿਰਫ ਨਿਸ਼ਾਦਰ ਵਰਤਣਾ। ਠੀਕਰੀ ਨਿਸ਼ਾਦਰ ਹੁੰਦਾ ਵਾ, ਇੱਕ ਨਿਸ਼ਾਦਰ ਸ਼ਰਾਬ 'ਚ ਪਾਉਣ ਵਾਲਾ ਹੁੰਦਾ ਵਾ। ਇਹ ਨਿਸ਼ਾਦਰ ਸਾਰੇ ਇੱਕੋ ਜਿਹੇ ਹੁੰਦੇ ਆ, ਪਰ ਉਹ ਥੋੜਾ ਸਫਾਈ ਦੇ ਵਿੱਚ ਬਣਿਆ ਹੁੰਦਾ ਵਾ। ਇਹ ਮੈਂ ਹੁਣੇ ਹੀ ਛੱਡ ਦੇਣਾ ਵਾ, ਖਾਲੀ ਥਾਂ ਵੇਖ ਕੇ ਘਰ ਵਾਲਿਆਂ ਦੀ। ਦੂਜਾ ਸਾਪਾ ਤੋਂ ਕੱਟਿਆ ਵਾ ਜ਼ਹਿਰ ਮੇਰਾ। ਮੈਂ ਹਰ ਇੱਕ ਸੱਪ ਇਸ ਤਰੀਕੇ ਨਾਲ ਫੜਦਾ ਵਾ, ਕੋਈ ਤਗੜਾ ਵਾ ਕੋਈ ਮਾੜਾ ਵਾ, ਕੋਈ ਜਿਹੜਾ ਮਰਜ਼ੀ ਸੱਪ ਆ। ਤੇ ਮੈਂ ਕਦੀ ਸੱਪ ਦਾ ਜ਼ਹਿਰ ਨਹੀਂ ਕੱਢਿਆ, ਕਦੀ ਦੰਦ ਨਹੀਂ ਤੋੜੇ, ਕਦੀ ਚੋਰੀ ਨੂੰ ਨਹੀਂ ਦਿੱਤਾ। ਮੈਂ ਤੇਰੇ ਕੋਲ ਜੈ ਸ਼ੰਕਰ ਜੈ ਨਾਗਦੇਵ ਦਾ। ਮੈਂ ਜ਼ਿਲ੍ਹਾ ਤਰਨਤਾਰਨ ਸ਼ਹਿਰ ਪੱਟੀ ਦਾ ਰਹਿਣ ਵਾਲਾ ਵਾ। ਇਹ ਮੇਰਾ ਦੂਜਾ ਸੱਪ ਜੇ। ਜਿੱਥੇ ਤੁਸੀਂ ਕੋਲੋ ਹਾਲਾ ਕਦੀ ਜਿਸ ਤਰ੍ਹਾਂ ਕਰਦੇ ਤੁਸੀਂ, ਕਦੀ ਕੱਟਿਆ ਵੀ ਹੈ ਕਿਸੇ ਸੱਪ ਨੇ ਤੁਹਾਨੂੰ? ਮੈਨੂੰ 2 ਸਾਲਾਂ 'ਚ 22 ਸੱਪਾਂ ਨੇ ਕੱਟਿਆ। ਮੇਰੇ ਏਰੀਏ 'ਚ ਮੈਂ ਪ੍ਰੂਵ ਕਰ ਸਕਦਾ, ਇੱਕ ਵਾਰੀ ਮੈਨੂੰ ਇੱਕ ਸੱਪ ਨੇ ਕੱਟਿਆ, ਮੇਰੀ ਪੂਰੀ ਲੱਤ ਬਲਾਸਟ ਹੋ ਗਈ। ਮੈਂ 1.5 ਮਹੀਨਾ ਮੰਜੀ ਤੇ ਰਿਹਾ। ਮੈਂ 15 ਦਿਨ ਮੰਜੀ ਤੇ ਬਾਥਰੂਮ ਬਾਲਟਾ ਰੱਖ ਕੇ ਕੀਤਾ ਕਿ ਜਦੋਂ ਮੈਂ ਪੈਰ ਥੱਲੇ ਲਾਉਂਦਾ ਸੀ, ਉਹ ਲੱਤ ਦਾ ਜਿਹੜਾ ਪੈਰ ਦਾ ਸੀ ਮਾਸ ਪਾੜ ਜਾਂਦਾ ਸੀ। ਗੋਡੇ ਤੋਂ ਥੱਲੇ ਮੇਰੀ ਲੱਤ ਕਾਫੀ ਜ਼ਿਆਦਾ ਗਲ ਚੁੱਕੀ ਸੀ। ਪਰ ਜਦੋਂ ਕਿਸੇ ਨੇ ਕਹਿਣਾ ਸੱਪ ਨਿਕਲਿਆ ਵਾ, ਘਰ ਆਇਓ,
ਉਹਨਾਂ ਨੇ ਮੋਟਰਸਾਈਕਲ ਲਿਆ ਨਾ, ਮੈਂ ਇੱਕ ਹੌਕੀ ਜਾਂ ਡੰਡੇ ਦੀ ਸਹਾਰੇ ਲੱਤ ਦੇ ਸਹਾਰੇ ਦੇ ਨਾਲ ਮੈਂ ਜਾ ਕੇ ਸੱਪ ਫੜਨੇ ਆ। ਉਸ ਟਾਈਮ ਮੈਂ ਸ਼ਹਿਰ ਵਾਲੇ ਨੂੰ ਵੀਡੀਓ ਪਾਈ ਕਿ ਮੇਰੇ ਅੱਜ ਬੱਚੇ ਰੋਟੀ ਤੋਂ ਤੰਗ ਆ, ਮੇਰੀ ਹੈਲਪ ਕਰੋ। ਮੇਰੀ ਕਿਸੇ ਨੇ 1 ਰੁਪਏ ਦੀ ਹੈਲਪ। ਮਹਾਰਾਜ ਜੀ ਗੁਰਦੁਆਰੇ ਸੱਪ ਨਿਕਲੇ, ਚਰਚ ਨਿਕਲੇ, ਮੰਦਿਰ ਨਿਕਲੇ, ਸਰਕਾਰੀ ਸਕੂਲ 'ਚ ਨਿਕਲੇ, ਨਿਰੰਕਾਰੀਆਂ ਦੇ ਭਵਨ 'ਚ ਨਿਕਲੇ, ਰਾਧਾ ਸੁਆਮੀਆਂ ਦੇ ਡੇਰੇ 'ਚ ਨਿਕਲੇ, ਕਿਸੇ ਮੰਦਿਰ 'ਚ ਨਿਕਲੇ। ਮੈਂ ਤੇਲ ਦਾ ਖਰਚਾ ਵੀ ਨਹੀਂ ਲੈਣਾ। ਕਦੀ ਕਿਸੇ ਨੇ ਸਟੇਜ ਤੇ ਸੱਦ ਕੇ 10 ਰੁਪਏ ਦਾ ਸਰੋਪਾ ਨਹੀਂ ਪਾਇਆ। ਇੱਕ ਸਕੂਲ ਦੇ ਵਿੱਚ ਮੈਨੂੰ 5 ਸਾਲ ਹੋ ਗਏ ਸੱਪ ਫੜਦਿਆਂ। ਮੈਂ 25 30 ਸੱਪ ਉਹ ਸਕੂਲ ਉਹ ਕਾਲਜ ਦੇ ਵਿੱਚੋਂ ਫੜਦਾ ਵਾਂ। ਅੱਜ ਤੱਕ ਕਦੀ ਉਹਨਾਂ ਨੇ ਸਟੇਜ ਤੇ ਸੱਦ ਕੇ ਕਿਸੇ ਫੰਕਸ਼ਨ 'ਚ ਸੱਦ ਕੇ ਇੱਕ 50 ਰੁਪਏ ਦੀ ਟਰੋਫੀ ਨਹੀਂ ਦਿੱਤੀ, ਕਿਸੇ ਨੇ ਕਦਰ ਨਹੀਂ ਪਾਈ। ਇਹ ਜਿਹੜਾ ਸੱਪ ਤੁਸੀਂ ਕਿਸੇ ਦੇ ਘਰ ਫੜਨ ਜਾਂਦੇ ਜਦੋਂ, ਉਹਨਾਂ ਤੋਂ ਕੋਈ ਖਰਚਾ 1000 2000 ਜਾਂ 10000 ਕੋਈ ਲੈਂਦੇ ਪੈਸਾ ਵੀ? ਬਹੁਤ ਵਧੀਆ ਸਵਾਲ ਕੀਤਾ। 10 ਸਾਲ ਮੈਂ ਕਿਸੇ ਕੋਲ 1 ਰੁਪਈਆ ਸੱਪ ਫੜਨ ਦਾ ਨਹੀਂ ਲਿਆ। ਰਾਤ 1 ਵਜੇ ਜਾਣਾ ਵਾ, ਕਿਸੇ ਨੇ ਫੋਨ ਕੀਤਾ, ਸਰਵਿਸ ਮੇਰੀ 10-15 ਕਿਲੋਮੀਟਰ ਦੀ ਰੇਂਜ ਦੇ ਵਿੱਚ ਸੱਪ ਫੜਨੀ ਕੋਈ ਸੱਦੇ, ਮੈਂ 20 ਮਿੰਟ ਦੇ ਵਿੱਚ ਪਹੁੰਚ ਜਾਂਦਾ। ਸਿਰਫ ਮੋਟਰਸਾਈਕਲ ਹੋਣਾ, ਬੈਗ ਲੈਣਾ ਤੇ ਮੈਂ ਉਹ ਜਾ ਕੇ ਸੱਪ ਫੜ ਦੇਣਾ। ਮੈਂ 10 ਸਾਲ ਸੱਪ ਫੜਨ ਦਾ ਕੋਈ ਪੈਸਾ ਨਹੀਂ ਲਿਆ। ਜਦੋਂ ਮੇਰੀ ਲੱਤ ਗਲ ਗਈ ਤੇ ਮੈਂ ਸੋਚਿਆ ਕਿ ਮੈਂ ਕੰਮ ਤਾਂ ਆਪਣੇ ਸ਼ੌਂਕ ਲਈ ਕਰਦਾ, ਤਾਂ ਪੈਪਸੀ ਗੱਡੀ ਦੀ ਕੰਪਨੀ ਦੀ ਗੱਡੀ ਚਲਾਉਣਾ ਵਾ, ਰੋਜੀ ਰੋਟੀ ਘਰਦਿਆਂ ਨੂੰ ਮਿਲੀ ਜਾਂਦੀ ਆ ਤੇ ਮੈਂ ਇਹ ਕੰਮ ਛੱਡਦਾ। ਪਰ ਫਿਰ ਮੈਂ ਇੱਕ ਦਿਨ ਸੁੱਤੇ ਪਿਆ ਨੇ ਸੋਚਿਆ ਕਿ ਇੰਨੇ ਟਾਈਮ ਲੋਕਾਂ ਦੀ ਸੇਵਾ ਕੀਤੀ ਹੈ, ਕਿਉਂ ਨਾ ਬੇਜ਼ਬਾਨ ਜਾਨਵਰਾਂ ਦੀ ਸੇਵਾ ਕੀਤੀ ਜਾਏ। ਮੈਂ ਜਦੋਂ ਸੱਪ ਫੜਦਾ ਮੈਂ 1000 ਰੁਪਇਆ ਲੈਣਾ ਇੱਕ ਸੱਪ ਦਾ। ਉਹਦੇ ਵਿੱਚ ਮੈਂ ਕਹਿੰਦਾ ਵੀ 500 ਰੁਪਏ ਦਾ ਦੁੱਧ ਆਪਣੇ ਮਹੱਲੇ ਦੇ ਕੁੱਤਿਆਂ ਨੂੰ ਪਾ ਦਿਓ, ਮੈਨੂੰ ਕੋਈ ਇਤਰਾਜ਼ ਨਹੀਂ। ਉਹਦੇ ਵਿੱਚ 500 ਰੁਪਈਆ ਮੈਂ ਲੈਣਾ ਵਾ। ਉਹਦੇ ਵਿੱਚ ਜਦੋਂ ਮੈਂ ਸੱਪ ਫੜਦਾ ਵਾਂ, ਸਾਡਾ ਕੜਾਹੀ ਹੁੰਦੀ ਆ, ਬਾਬਿਆਂ ਨੂੰ ਦੇਸੀ ਘਿਓ ਦਾ ਪ੍ਰਸ਼ਾਦ ਚੜਾਈਦਾ ਵਾ, 200-300 ਰੁਪਇਆ ਉਹਦੇ 'ਤੇ ਲੱਗਦਾ। ਜਿਹੜਾ ਬਾਕੀ ਦਾ 100-200 ਰੁਪਈਆ ਵੱਧਦਾ ਵਾ, ਕਿਸੇ ਕੁੱਤੇ ਨੂੰ ਗਲੂਕੋਸ਼ ਦੀ ਲੋੜ ਆ, ਕਿਸੇ ਨੂੰ ਟੀਕੇ ਲਵਾਉਣ ਦੀ ਲੋੜ ਆ, ਕਿਸੇ ਦੇ ਕੰਨ 'ਚ ਕੀੜੇ ਪਏ ਆ, ਕਿਸੇ ਨੂੰ ਟ੍ਰੀਟਮੈਂਟ ਦੀ ਲੋੜ ਆ, ਮੈਂ ਉਹ ਆਪਣੀ ਜੇਬ 'ਚੋਂ ਕਰਦਾ। ਨਾ ਮੇਰੇ ਨਾਲ ਕੋਈ ਸੰਸਥਾ ਜੁੜੀ ਆ, ਨਾ ਮੇਰੇ ਨਾਲ ਕੋਈ ਸ਼ਹਿਰ ਦਾ ਲੋਕ ਜੋੜਿਆ, ਨਾ ਕੋਈ ਮੈਨੂੰ YouTube ਤੋਂ ਪੈਸੇ ਆਉਂਦੇ ਆ, ਤੇ ਨਾ ਹੀ ਕੋਈ ਬੰਦਾ ਆਣ ਕੇ ਮੇਰੇ ਕਹਿੰਦਾ ਵੀ ਭਾਜੀ ਇਹ 2000 ਰੁਪਈਆ 500 ਰੁਪਈਆ ਲੈ ਕੇ ਤੇ ਕੁੱਤਿਆਂ ਦੀ ਸੇਵਾ ਕਰੋ। ਇੰਨਾ ਖਤਰਨਾਕ ਤੁਸੀਂ ਕੰਮ ਕਰਦੇ ਜੇ, ਜ਼ਿੰਦਗੀ ਮੌਤ ਨਾਲ ਖੇਡਦੇ ਜੇ। ਕਦੀ ਪਰਿਵਾਰ ਦੇ ਵਿੱਚ ਬੱਚਿਆਂ ਪਰਿਵਾਰ ਨੇ ਕਿਹਾ ਨਹੀਂ ਕਿ ਪਾਪਾ ਤੁਸੀਂ ਕਿਉਂ ਕਰਦੇ ਹੋ, ਜੇ ਕੁਝ ਹੋ ਗਿਆ ਤੁਹਾਨੂੰ ਤੇ ਫਿਰ ਸਾਡਾ ਕੀ ਬਣੂਗਾ? ਸਾਰੇ ਕਹਿੰਦੇ ਆ, ਵਾਈਫ ਨੇ ਬਹੁਤ ਡੱਕਿਆ, ਸਹੁਰਿਆਂ ਨੇ ਬਹੁਤ ਡੱਕਿਆ, ਭੈਣ ਭਰਾ ਦੇ ਅੱਜ ਤੱਕ ਡੱਕਦੇ ਆ। ਜਦੋਂ ਵੀ ਕੋਈ ਸੱਪ ਫੜਦੇ ਦੀ ਨਵੀਂ ਵੀਡੀਓ ਵੇਖਦੇ ਆ, ਜਿੱਦਾਂ ਮੋਢੇ ਤੇ ਰੱਖਦਾ ਬਹੁਤ ਗਾਲਾਂ ਕੱਢਦੇ ਆ ਭੈਣ ਭਰਾ ਕਿ ਤੂੰ ਕੰਜਰਾ ਕਿਹੜੇ ਕੰਮ 'ਚ ਪੈ ਗਿਆ। ਸ਼ੌਂਕ ਆ, ਸ਼ੌਂਕ ਇਹ ਸੀ ਕਿ ਮੇਰੇ ਸ਼ਹਿਰ 'ਚ ਨਾਮ ਹੋਏ। ਜਦੋਂ ਮੈਂ ਹੱਥ ਤੇ ਆ ਮੁੰਦਰੀਆਂ ਤੇ ਕੜੇ ਪਾਉਣੇ ਸ਼ੁਰੂ ਕੀਤੇ, ਮੇਰੀ ਸਰਕਾਰ ਨੇ ਮੇਰਾ ਦਿਨਾਂ 'ਚ ਨਾਂ ਮੇਰੇ ਸ਼ਹਿਰ 'ਚ ਕੀਤਾ। ਉਸ ਤੋਂ ਬਾਅਦ ਸ਼ੌਂਕ ਹੋਇਆ ਕਿ ਮੇਰਾ ਜ਼ਿਲ੍ਹੇ 'ਚ ਨਾਂ ਹੋਏ, ਮੇਰੇ ਮਾਲਕ ਨੇ ਮੇਰਾ ਜ਼ਿਲ੍ਹੇ 'ਚ ਨਾਂ ਕੀਤਾ। ਮੈਂ ਚਾਹੁੰਦਾ ਕਿ ਮੇਰਾ ਪੂਰੇ ਪੰਜਾਬ 'ਚ ਨਾਂ ਹੋਏ, ਤੇ ਜੇ ਪੰਜਾਬ 'ਚ ਨਾਂ ਬਣਾਉਣਾ ਵਾ ਤੇ ਫਿਰ ਜਾਨ ਤੇ ਰਿਸਕ ਤਾਂ ਲੈਣਾ ਹੀ ਪੈਣਾ ਵਾ। ਲੋਕ ਮਾੜੇ ਕੰਮ ਕਰਕੇ, ਲੜਾਈਆਂ ਝਗੜੇ ਕਰਕੇ, ਹੋਰ ਕੰਮ ਕਰਕੇ ਫੇਮਸ ਹੋਣਾ ਚਾਹੁੰਦੇ ਆ, ਨਾ ਅਸੀਂ ਨਾ। ਜਾਨ ਤੇ ਰਿਸਕ ਉਹ ਵੀ ਆਪਣੀ ਤੇ ਲੈਂਦੇ ਆ ਤੇ ਜਾਨ ਤੇ ਰਿਸਕ ਅਸੀਂ ਵੀ ਆਪਣੀ ਤੇ ਲੈਂਦੇ ਆ, ਪਰ ਦੋਵਾਂ ਦੇ ਰਿਸਕ ਦੇ ਵਿੱਚ ਬੜਾ ਹੀ ਅੰਤਰ ਵਾ। ਇਸ ਕੰਮ ਦੇ ਵਿੱਚ ਤੁਹਾਡੀ ਜਿਹੜੀ ਆ ਕਾਫੀ ਜਾਣਕਾਰੀ ਆ। ਕਦੀ ਕਿਸੇ ਬੰਦੇ ਨੂੰ ਸੱਪ ਲੜਿਆ ਹੋਵੇ ਤੇ ਉਹਦੀ ਜਾਨ ਬਚਾਈ ਹੋਵੇ, ਕਿੰਨੇ ਕੁ ਲੋਕ ਇਹੋ ਜਿਹੇ? ਦੇਖੋ ਬਹੁਤ ਵਧੀਆ ਸਵਾਲ ਵਾ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜਦੋਂ ਕਿਸੇ ਨੂੰ ਸੱਪ ਕੱਟਦਾ ਵਾ, ਮੈਂ ਤੁਹਾਨੂੰ ਮੌਕੇ ਦਾ ਟ੍ਰੀਟਮੈਂਟ ਦੱਸਦਾ। ਮੌਕੇ ਦਾ ਟ੍ਰੀਟਮੈਂਟ ਡਾਕਟਰ ਤੋਂ ਜਾਣ ਤੋਂ ਪਹਿਲਾਂ ਤੁਸੀਂ ਕੀ ਕਰਨਾ ਵਾ, ਮੈਂ ਤੁਹਾਨੂੰ ਉਹ ਜਿਹੜਾ ਟ੍ਰੀਟਮੈਂਟ ਵਾ ਉਹ ਚੀਜ਼ ਸਮਝਾਉਣ ਲੱਗਾ। ਮੰਨ ਲਓ ਸਾਨੂੰ ਸੱਪ ਕੱਟਦਾ ਵਾ, ਸਾਡੇ ਕੋਲ ਬੈਗ ਹੁੰਦਾ, ਅਸੀਂ ਸਾਰਾ ਸਮਾਨ ਇਸ ਤਰੀਕੇ ਨਾਲ ਓਪਨ ਕੀਤਾ ਹੁੰਦਾ। ਅਸੀਂ ਆਪਣਾ ਇਲਾਜ 1 ਮਿੰਟ ਦੇ ਵਿੱਚ ਸ਼ੁਰੂ ਕਰ ਦਿੰਦੇ, 1 ਮਿੰਟ ਵੀ ਜ਼ਿਆਦਾ ਵਾ। ਇਸ ਚੀਜ਼ ਨੂੰ ਕਹਿੰਦੇ ਠਿਕਰੀ ਨਿਸ਼ਾਦਰ। ਜਦੋਂ ਕਿਸੇ ਨੂੰ ਸੱਪ ਕੱਟਦਾ ਵਾ, ਮੰਨ ਲਓ ਮੈਨੂੰ ਇਸ ਜਗ੍ਹਾ 'ਤੇ ਸੱਪ ਕੱਟ ਗਿਆ, ਮੈਂ ਇਸ ਚੀਜ਼ ਦੇ ਨਾਲ ਉਹ ਜਗ੍ਹਾ ਨੂੰ ਬੰਨ੍ਹ ਲੈਣਾ। ਇੱਥੋਂ ਬੰਨ੍ਹ ਲਿਆ ਤੇ ਇੱਥੋਂ ਬੰਨ੍ਹ ਲੈਣਾ। ਦੋ ਥਾਵਾਂ ਤੋਂ ਮੈਂ ਚੀਜ਼, ਇੱਕ ਮਿੰਟ, ਦੋ ਥਾਵਾਂ ਤੋਂ ਜਿਹੜੀ ਚੀਜ਼ ਵਾ ਉਹ ਮੈਂ ਬੰਨ੍ਹ ਲਈ। ਉਸ ਤੋਂ ਬਾਅਦ ਜੋ ਮੈਂ ਇੱਕ ਸਿਰਿੰਜ ਲੈਣੀ ਆ, ਸਿਰਿੰਜ ਇਸ ਤਰੀਕੇ ਨਾਲ ਸਿੱਧੀ ਹੁੰਦੀ ਆ, ਇਹਨੂੰ ਇਸ ਤਰੀਕੇ ਦੇ ਨਾਲ ਕੱਟ ਲਈਦਾ ਵਾ। ਸਿਰਿੰਜ ਲੈ ਲਈ, ਜਿੱਥੇ ਮੈਨੂੰ ਸੱਪ ਦੇ ਦੰਦ ਕੱਟੇ ਆ, ਭਾਵੇਂ ਉਹ ਜ਼ਰੀਲਾ ਵਾ ਭਾਵੇਂ ਉਹ ਕੋਬਰਾ ਵਾ, ਜਿਹੜਾ ਮਰਜ਼ੀ ਆ, ਆਪਾਂ ਇਸ ਤਰੀਕੇ ਦੇ ਨਾਲ ਉੱਤੇ ਸਿਰਿੰਜ ਰੱਖਣੀ। ਸਿਰਿੰਜ ਰੱਖ ਕੇ ਇਹਨੂੰ ਖਿੱਚਣਾ ਬਿਨਾਂ ਚੀਰਾ ਦੇਣ ਤੋਂ। ਜਿੱਥੇ ਸੱਪ ਦੇ ਦੰਦ ਵੱਜੇ ਹੁੰਦੇ ਆ, ਉਸ ਦੰਦਾਂ ਦੇ ਦਾਣੀ ਤੁਸੀਂ ਆਹ ਜਿਹੜਾ ਡੂੰਘਾ ਵਾ, ਇਹ ਸੱਪ ਦੇ ਲਹੂ ਦੇ ਨਾਲ ਸਿਰਿੰਜ ਦੇ ਨਾਲ ਕੱਢ ਸਕਦੇ ਜੀ। ਫਿਰ ਉਸ ਤੋਂ ਬਾਅਦ ਜੋ 2-3 ਵਾਰੀ ਸਿਰਿੰਜ ਨਾਲ ਲਹੂ ਕੱਢ ਕੇ ਇਸ ਚੀਜ਼ ਨੂੰ ਕਹਿੰਦੇ ਠਿਕਰੀ ਨਿਸ਼ਾਤਰ, ਇਸ ਚੀਜ਼ ਦਾ ਪਾਊਡਰ ਬਣਾ ਲਈਦਾ। ਪਾਊਡਰ ਬਣਾ ਕੇ ਜਿਸ ਤਰ੍ਹਾਂ ਇੱਥੇ ਸੱਪ ਕੱਟੇ, ਛੋਟੇ ਛੋਟੇ 5-4 ਚੀਰੇ ਦੇਣੇ ਆ। ਚੀਰੇ ਦੇ ਕੇ ਤੇ ਇਹ ਚੀਰਿਆਂ ਦੇ ਵਿੱਚ ਇਹਦਾ ਪਾਊਡਰ ਭਰਨਾ ਵਾ। ਇਹਦੇ ਪਾਊਡਰ ਭਰਨ ਦੇ ਨਾਲ ਇਹ ਕਿ ਜਿਹੜਾ ਸਰੀਰ ਦੇ ਵਿੱਚ ਜ਼ਹਿਰ ਫੈਲਣਾ ਵਾ,
ਇਹ ਗੱਲ ਪੱਕੀ ਆ ਵੀ ਉਹ ਚੀਜ਼ ਇਸ ਚੀਜ਼ ਦੇ ਜ਼ਹਿਰ ਨੂੰ ਗਾਂ ਨਹੀਂ ਵਧਣ ਦਊਗੀ, ਉਹ ਜ਼ਹਿਰ ਨੂੰ ਖਤਮ ਕਰ ਦੂਗੀ। ਡਾਕਟਰ ਨਹੀਂ ਮੰਨਦੇ ਇਸ ਚੀਜ਼ ਨੂੰ, ਪਰ ਜਿੰਨੇ ਜੋਗੀ ਆ ਉਹ ਨਿਸ਼ਾਦਰ ਵਰਤਦੇ ਆ। ਸਟਾਰਟਿੰਗ ਅਸੀਂ ਨਿਸ਼ਾਦਰ ਵਰਤਣਾ, ਉਸ ਤੋਂ ਬਾਅਦ ਜੋ ਸਾਡੇ ਕੋਲ ਕੁਝ ਹੋਰ ਦਵਾਈਆਂ ਹੁੰਦੀਆਂ ਵਾ ਅਸੀਂ ਨਿਸ਼ਾਦਰ 'ਚ ਮਿਕਸ ਕਰ ਲਈਦੀਆਂ। ਅਸੀਂ ਇਸ ਚੀਜ਼ ਦੀ ਪਾਵਰ ਵਧਾ ਲੈਂਦੇ ਆ, ਪਰ ਆਮ ਬੰਦੇ ਨੇ ਪਾਵਰ ਨਹੀਂ ਵਧਾਉਣੀ, ਸਿਰਫ ਨਿਸ਼ਾਦਰ ਵਰਤਣਾ। ਠੀਕਰੀ ਨਿਸ਼ਾਦਰ ਹੁੰਦਾ ਵਾ, ਇੱਕ ਨਿਸ਼ਾਦਰ ਸ਼ਰਾਬ 'ਚ ਪਾਉਣ ਵਾਲਾ ਹੁੰਦਾ ਵਾ। ਇਹ ਨਿਸ਼ਾਦਰ ਸਾਰੇ ਇੱਕੋ ਜਿਹੇ ਹੁੰਦੇ ਆ, ਪਰ ਉਹ ਥੋੜਾ ਸਫਾਈ ਦੇ ਵਿੱਚ ਬਣਿਆ ਹੁੰਦਾ ਵਾ। ਇਹ ਮੈਂ ਹੁਣੇ ਹੀ ਛੱਡ ਦੇਣਾ ਵਾ ਖਾਲੀ ਦਾ ਵੇਖ ਕੇ ਘਰ ਵਾਲਿਆਂ ਦੀ। ਦੂਜਾ ਸਾਪਾ ਤੋਂ ਕੱਢਿਆ ਵਾ ਜ਼ਹਿਰ ਮੇਰਾ। ਮੈਂ ਹਰ ਇੱਕ ਸੱਪ ਇਸ ਤਰੀਕੇ ਨਾਲ ਫੜਦਾ ਵਾ, ਕੋਈ ਤਗੜਾ ਵਾ, ਕੋਈ ਮਾੜਾ ਵਾ, ਕੋਈ ਜਿਹੜਾ ਮਰਜ਼ੀ ਸੱਪ ਆ। ਤੇ ਮੈਂ ਕਦੀ ਸੱਪ ਦਾ ਜ਼ਹਿਰ ਨਹੀਂ ਕੱਢਿਆ, ਕਦੀ ਦੰਦ ਨਹੀਂ ਤੋੜੇ, ਕਦੀ ਚੋਰੀ ਨੂੰ ਨਹੀਂ ਦਿੱਤਾ। ਮੈਂ ਤੇਰੇ ਕੋਲੋਂ ਸੱਤੀ ਨਹੀਂ ਖਾਦੀ ਲੋ ਜੀ। ਕੈ ਸ਼ੰਕਰ ਜੈ ਨਾਗਦੀਪ ਦਾ ਮੈਂ ਜ਼ਿਲ੍ਹਾ ਤਰਨਤਾਰਨ ਸ਼ਹਿਰ ਪੱਟੀ ਦਾ ਰਹਿਣ ਵਾਲਾ ਵਾ। ਇਹ ਮੇਰਾ ਦੂਜਾ ਸੱਪ ਜੇ। ਲੋ ਜੀ ਜਿੱਥੇ ਤੁਸੀਂ ਕੋਲੋਂ ਹਲਾ ਹਲਾ ਕਦੀ ਜਿਸ ਤਰ੍ਹਾਂ ਕਰਦੇ ਤੁਸੀਂ ਕਦੀ ਕੱਟਿਆ ਵੀ ਹੈ ਕਿਸੇ ਸੱਪ ਨੇ ਤੁਹਾਨੂੰ? ਮੈਨੂੰ 2 ਸਾਲਾਂ 'ਚ 22 ਸੱਪਾਂ ਨੇ ਕੱਟਿਆ ਮੇਰੇ ਏਰੀਏ 'ਚ। ਮੈਂ ਪ੍ਰੂਵ ਕਰ ਸਕਦਾ, ਇੱਕ ਵਾਰੀ ਮੈਨੂੰ ਇੱਕ ਸੱਪ ਨੇ ਕੱਟਿਆ, ਮੇਰੀ ਪੂਰੀ ਲੱਤ ਬਲਾਸਟ ਹੋ ਗਈ। ਮੈਂ 1.5 ਮਹੀਨਾ ਮੰਜੀ ਤੇ ਰਿਹਾ। ਮੈਂ 15 ਦਿਨ ਮੰਜੀ ਦੇ ਬਾਥਰੂਮ ਬਾਲਟਾ ਰੱਖ ਕੇ ਕੀਤਾ ਕਿ ਜਦੋਂ ਮੈਂ ਪੈਰ ਥੱਲੇ ਲਾਉਂਦਾ ਸੀ ਉਹ ਲੱਤ ਦਾ ਜਿਹੜਾ ਪੈਰ ਦਾ ਸੀ ਮਾਸ ਪਾੜ ਜਾਂਦਾ ਸੀ। ਗੋਡੇ ਤੋਂ ਥੱਲੇ ਮੇਰੀ ਲੱਤ ਕਾਫੀ ਜ਼ਿਆਦਾ ਗਲ ਚੁੱਕੀ ਸੀ। ਪਰ ਜਦੋਂ ਕਿਸੇ ਨੇ ਕਹਿਣਾ ਸੱਪ ਨਿਕਲਿਆ ਵਾ ਘਰ ਆਇਓ, ਉਹਨਾਂ ਨੇ ਮੋਟਰਸਾਈਕਲ ਲਿਆਉਣਾ, ਮੈਂ ਇੱਕ ਹੌਕੀ ਜਾਂ ਡੰਡੇ ਦੀ ਸਹਾਰੇ ਲੱਤ ਦੇ ਸਹਾਰੇ ਦੇ ਨਾਲ ਮੈਂ ਜਾ ਕੇ ਸੱਪ ਫੜਨੇ ਆ। ਉਸ ਟਾਈਮ ਮੈਂ ਸ਼ਹਿਰ ਵਾਲੇ ਨੂੰ ਵੀਡੀਓ ਪਾਈ ਕਿ ਮੇਰੇ ਅੱਜ ਬੱਚੇ ਰੋਟੀ ਤੋਂ ਤੰਗ ਆ, ਮੇਰੀ ਹੈਲਪ ਕਰੋ। ਮੇਰੀ ਕਿਸੇ ਨੇ 1 ਰੁਪਏ ਦੀ ਹੈਲਪ। ਮਹਾਰਾਜ ਜੀ ਗੁਰਦੁਆਰੇ ਸੱਪ ਨਿਕਲੇ, ਚਰਚ ਨਿਕਲੇ, ਮੰਦਿਰ ਨਿਕਲੇ, ਸਰਕਾਰੀ ਸਕੂਲ 'ਚ ਨਿਕਲੇ, ਨਿਰੰਕਾਰੀਆਂ ਦੇ ਭਵਨ 'ਚ ਨਿਕਲੇ, ਰਾਧਾ ਸੁਆਮੀਆਂ ਦੇ ਡੇਰੇ 'ਚ ਨਿਕਲੇ, ਕਿਸੇ ਮੰਦਿਰ 'ਚ ਨਿਕਲੇ। ਮੈਂ ਤੇਲ ਦਾ ਖਰਚਾ ਵੀ ਨਹੀਂ ਲੈਣਾ। ਕਦੀ ਕਿਸੇ ਨੇ ਸਟੇਜ ਤੇ ਸੱਦ ਕੇ 10 ਰੁਪਏ ਦਾ ਸਰੋਪਾ ਨਹੀਂ ਪਾਇਆ। ਇੱਕ ਸਕੂਲ ਦੇ ਵਿੱਚ ਮੈਨੂੰ 5 ਸਾਲ ਹੋ ਗਏ ਸੱਪ ਫੜਦਿਆਂ। ਮੈਂ 25 30 ਸੱਪ ਉਹ ਸਕੂਲ ਉਹ ਕਾਲਜ ਦੇ ਵਿੱਚੋਂ ਫੜਦਾ ਵਾਂ। ਅੱਜ ਤੱਕ ਕਦੀ ਉਹਨਾਂ ਨੇ ਸਟੇਜ ਤੇ ਸੱਦ ਕੇ ਕਿਸੇ ਫੰਕਸ਼ਨ 'ਚ ਸੱਦ ਕੇ ਇੱਕ 50 ਰੁਪਏ ਦੀ ਟਰੋਫੀ ਨਹੀਂ ਦਿੱਤੀ, ਕਿਸੇ ਨੇ ਕਦਰ ਨਹੀਂ ਪਾਈ। ਇਹ ਜਿਹੜਾ ਸੱਪ ਤੁਸੀਂ ਕਿਸੇ ਦੇ ਘਰ ਫੜਨ ਜਾਂਦੇ ਜਦੋਂ, ਉਹਨਾਂ ਤੋਂ ਕੋਈ ਖਰਚਾ 1000 2000 ਜਾਂ 10000 ਕੋਈ ਲੈਂਦੇ ਪੈਸਾ ਵੀ? ਬਹੁਤ ਵਧੀਆ ਸਵਾਲ ਕੀਤਾ। 10 ਸਾਲ ਮੈਂ ਕਿਸੇ ਕੋਲ 1 ਰੁਪਈਆ ਸੱਪ ਫੜਨ ਦਾ ਨਹੀਂ ਲਿਆ। ਰਾਤ 1 ਵਜੇ ਜਾਣਾ ਵਾ, ਕਿਸੇ ਨੇ ਫੋਨ ਕੀਤਾ, ਸਰਵਿਸ ਮੇਰੀ 10-15 ਕਿਲੋਮੀਟਰ ਦੀ ਰੇਂਜ ਦੇ ਵਿੱਚ ਸੱਪ ਫੜਨੀ ਕੋਈ ਸੱਤੇ, ਮੈਂ 20 ਮਿੰਟ ਦੇ ਵਿੱਚ ਪਹੁੰਚ ਜਾਂਦਾ। ਸਿਰਫ ਮੋਟਰਸਾਈਕਲ ਹੋਣਾ, ਬੈਗ ਲੈਣਾ ਤੇ ਮੈਂ ਉਹ ਜਾ ਕੇ ਸੱਪ ਫੜ ਦੇਣਾ। ਮੈਂ 10 ਸਾਲ ਸੱਪ ਫੜਨ ਦਾ ਕੋਈ ਪੈਸਾ ਨਹੀਂ ਲਿਆ। ਜਦੋਂ ਮੇਰੀ ਲੱਤ ਗਲ ਗਈ ਤੇ ਮੈਂ ਸੋਚਿਆ ਕਿ ਮੈਂ ਕੰਮ ਤਾਂ ਆਪਣੇ ਸ਼ੌਂਕ ਲਈ ਕਰਦਾ, ਤਾਂ ਪੈਪਸੀ ਗੱਡੀ ਦੀ ਕੰਪਨੀ ਦੀ ਗੱਡੀ ਚਲਾਉਣਾ ਵਾ, ਰੋਜੀ ਰੋਟੀ ਘਰਦਿਆਂ ਨੂੰ ਮਿਲੀ ਜਾਂਦੀ ਆ, ਤੇ ਮੈਂ ਇਹ ਕੰਮ ਛੱਡਦਾ। ਪਰ ਫਿਰ ਮੈਂ ਇੱਕ ਦਿਨ ਸੁੱਤੇ ਪਿਆ ਨੇ ਸੋਚਿਆ ਕਿ ਇੰਨੇ ਟਾਈਮ ਲੋਕਾਂ ਦੀ ਸੇਵਾ ਕੀਤੀ ਹੈ, ਕਿਉਂ ਨਾ ਬੇਜ਼ਬਾਨ ਜਾਨਵਰਾਂ ਦੀ ਸੇਵਾ ਕੀਤੀ ਜਾਏ। ਮੈਂ ਜਦੋਂ ਸੱਪ ਫੜਦਾ ਮੈਂ 1000 ਰੁਪਇਆ ਲੈਣਾ ਇੱਕ ਸੱਪ ਦਾ। ਉਹਦੇ ਵਿੱਚ ਮੈਂ ਕਹਿੰਦਾ ਵੀ 500 ਰੁਪਏ ਦਾ ਦੁੱਧ ਆਪਣੇ ਮਹੱਲੇ ਦੇ ਕੁੱਤਿਆਂ ਨੂੰ ਪਾ ਦਿਓ, ਮੈਨੂੰ ਕੋਈ ਇਤਰਾਜ਼ ਨਹੀਂ। ਉਹਦੇ ਵਿੱਚ 500 ਰੁਪਈਆ ਮੈਂ ਲੈਣਾ ਵਾ। ਉਹਦੇ ਵਿੱਚ ਜਦੋਂ ਮੈਂ ਸੱਪ ਫੜਦਾ ਵਾਂ, ਸਾਡਾ ਕੜਾਹੀ ਹੁੰਦੀ ਆ, ਬਾਬਿਆਂ ਨੂੰ ਦੇਸੀ ਘਿਓ ਦਾ ਪ੍ਰਸ਼ਾਦ ਚੜਾਈਦਾ ਵਾ, 200-300 ਰੁਪਇਆ ਉਹਦੇ 'ਤੇ ਲੱਗਦਾ। ਜਿਹੜਾ ਬਾਕੀ ਦਾ 100-200 ਰੁਪਈਆ ਵੱਧਦਾ ਵਾ, ਕਿਸੇ ਕੁੱਤੇ ਨੂੰ ਗਲੂਕੋਸ਼ ਦੀ ਲੋੜ ਆ, ਕਿਸੇ ਨੂੰ ਟੀਕੇ ਲਵਾਉਣ ਦੀ ਲੋੜ ਆ, ਕਿਸੇ ਦੇ ਕੰਨ 'ਚ ਕੀੜੇ ਪਏ ਆ, ਕਿਸੇ ਨੂੰ ਟਰੀਟਮੈਂਟ ਦੀ ਲੋੜ ਆ, ਮੈਂ ਉਹ ਆਪਣੀ ਜੇਬ 'ਚੋਂ ਕਰਦਾ। ਨਾ ਮੇਰੇ ਨਾਲ ਕੋਈ ਸੰਸਥਾ ਜੁੜੀ ਆ, ਨਾ ਮੇਰੇ ਨਾਲ ਕੋਈ ਸ਼ਹਿਰ ਦਾ ਲੋਕ ਜੋੜਿਆ, ਨਾ ਕੋਈ ਮੈਨੂੰ YouTube ਤੋਂ ਪੈਸੇ ਆਉਂਦੇ ਆ, ਤੇ ਨਾ ਹੀ ਕੋਈ ਬੰਦਾ ਆਣ ਕੇ ਮੇਰੇ ਕਹਿੰਦਾ ਵੀ ਭਾਜੀ ਇਹ 2000 ਰੁਪਈਆ 500 ਰੁਪਈਆ ਲੈ ਕੇ ਤੇ ਕੁੱਤਿਆਂ ਦੀ ਸੇਵਾ ਕਰੋ। ਇੰਨਾ ਖਤਰਨਾਕ ਤੁਸੀਂ ਕੰਮ ਕਰਦੇ ਜੇ, ਜ਼ਿੰਦਗੀ ਮੌਤ ਨਾਲ ਖੇਡਦੇ ਜੇ। ਕਦੀ ਪਰਿਵਾਰ ਦੇ ਵਿੱਚ ਬੱਚਿਆਂ ਪਰਿਵਾਰ ਨੇ ਕਿਹਾ ਨਹੀਂ ਕਿ ਪਾਪਾ ਤੁਸੀਂ ਕਿਉਂ ਕਰਦੇ ਹੋ, ਜੇ ਕੁਝ ਹੋ ਗਿਆ ਤੁਹਾਨੂੰ ਤੇ ਫਿਰ ਸਾਡਾ ਕੀ ਬਣੂਗਾ? ਸਾਰੇ ਕਹਿੰਦੇ ਆ, ਵਾਈਫ ਨੇ ਬਹੁਤ ਡੱਕਿਆ, ਸਹੁਰਿਆਂ ਨੇ ਬਹੁਤ ਡੱਕਿਆ, ਭੈਣ ਭਰਾ ਦੇ ਅੱਜ ਤੱਕ ਡੱਕਦੇ ਆ। ਜਦੋਂ ਵੀ ਕੋਈ ਸੱਪ ਫੜਦੇ ਦੀ ਨਵੀਂ ਵੀਡੀਓ ਵੇਖਦੇ ਆ, ਜਿੱਦਾਂ ਮੋਢੇ ਤੇ ਰੱਖਦਾ, ਬਹੁਤ ਗਾਲਾਂ ਕੱਢਦੇ ਆ ਭੈਣ ਭਰਾ ਕਿ ਤੂੰ ਕੰਜਰਾ ਕਿਹੜੇ ਕੰਮ 'ਚ ਪੈ ਗਿਆ। ਸ਼ੌਂਕ ਆ, ਸ਼ੌਂਕ ਇਹ ਸੀ ਕਿ ਮੇਰੇ ਸ਼ਹਿਰ 'ਚ ਨਾਮ ਹੋਏ। ਜਦੋਂ ਮੈਂ ਹੱਥ ਤੇ ਆ ਮੁੰਦਰੀਆਂ ਤੇ ਕੜੇ ਪਾਉਣੇ ਸ਼ੁਰੂ ਕੀਤੇ, ਮੇਰੀ ਸਰਕਾਰ ਨੇ ਮੇਰਾ ਦਿਨਾਂ 'ਚ ਨਾਂ ਮੇਰੇ ਸ਼ਹਿਰ 'ਚ ਕੀਤਾ। ਉਸ ਤੋਂ ਬਾਅਦ ਜੋ ਸ਼ੌਂਕ ਹੋਇਆ ਕਿ ਮੇਰਾ ਜ਼ਿਲ੍ਹੇ 'ਚ ਨਾਂ ਹੋਏ, ਮੇਰੇ ਮਾਲਕ ਨੇ ਮੇਰਾ ਜ਼ਿਲ੍ਹੇ 'ਚ ਨਾਂ ਕੀਤਾ। ਮੈਂ ਚਾਹੁੰਦਾ ਕਿ ਮੇਰਾ ਪੂਰੇ ਪੰਜਾਬ 'ਚ ਨਾਂ ਹੋਏ, ਤੇ ਜੇ ਪੰਜਾਬ 'ਚ ਨਾਂ ਬਣਾਉਣਾ ਵਾ ਤੇ ਫਿਰ ਜਾਨ ਤੇ ਰਿਸਕ ਤਾਂ ਲੈਣਾ ਹੀ ਪੈਣਾ ਵਾ। ਲੋਕ ਮਾੜੇ ਕੰਮ ਕਰਕੇ, ਲੜਾਈਆਂ ਝਗੜੇ ਕਰਕੇ
ਹੋਰ ਕੰਮ ਕਰਕੇ ਫੇਮਸ ਹੋਣਾ ਚਾਹੁੰਦੇ ਆ, ਨਾ ਅਸੀਂ ਨਾ। ਜਾਨ ਤੇ ਰਿਸਕ ਉਹ ਵੀ ਆਪਣੀ ਤੇ ਲੈਂਦੇ ਆ ਤੇ ਜਾਨ ਤੇ ਰਿਸਕ ਅਸੀਂ ਵੀ ਆਪਣੀ ਤੇ ਲੈਂਦੇ ਆ, ਪਰ ਦੋਵਾਂ ਦੇ ਰਿਸਕ ਦੇ ਵਿੱਚ ਬੜਾ ਹੀ ਅੰਤਰ ਵਾ। ਇਸ ਕੰਮ ਦੇ ਵਿੱਚ ਤੁਹਾਡੀ ਜਿਹੜੀ ਆ ਕਾਫੀ ਜਾਣਕਾਰੀ ਆ, ਕਦੀ ਕਿਸੇ ਬੰਦੇ ਨੂੰ ਸੱਪ ਲੜਿਆ ਹੋਵੇ ਤੇ ਉਹਦੀ ਜਾਨ ਬਚਾਈ ਹੋਵੇ, ਕਿੰਨੇ ਕੁ ਲੋਕ ਇਹੋ ਜਿਹੇ? ਦੇਖੋ ਬਹੁਤ ਵਧੀਆ ਸਵਾਲ ਵਾ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜਦੋਂ ਕਿਸੇ ਨੂੰ ਸੱਪ ਕੱਟਦਾ ਵਾ, ਮੈਂ ਤੁਹਾਨੂੰ ਮੌਕੇ ਦਾ ਟ੍ਰੀਟਮੈਂਟ ਦੱਸਦਾ। ਮੌਕੇ ਦਾ ਟ੍ਰੀਟਮੈਂਟ ਡਾਕਟਰ ਤੋਂ ਜਾਣ ਤੋਂ ਪਹਿਲਾਂ ਤੁਸੀਂ ਕੀ ਕਰਨਾ ਵਾ, ਮੈਂ ਤੁਹਾਨੂੰ ਉਹ ਜਿਹੜਾ ਟ੍ਰੀਟਮੈਂਟ ਵਾ ਉਹ ਚੀਜ਼ ਸਮਝਾਉਣ ਲੱਗਾ। ਮੰਨ ਲਓ ਸਾਨੂੰ ਸੱਪ ਕੱਟਦਾ ਵਾ, ਸਾਡੇ ਕੋਲ ਬੈਗ ਹੁੰਦਾ, ਅਸੀਂ ਸਾਰਾ ਸਮਾਨ ਇਸ ਤਰੀਕੇ ਨਾਲ ਓਪਨ ਕੀਤਾ ਹੁੰਦਾ। ਅਸੀਂ ਆਪਣਾ ਇਲਾਜ 1 ਮਿੰਟ ਦੇ ਵਿੱਚ ਸ਼ੁਰੂ ਕਰ ਦਿੰਦੇ, 1 ਮਿੰਟ ਵੀ ਜ਼ਿਆਦਾ ਵਾ। ਇਸ ਚੀਜ਼ ਨੂੰ ਕਹਿੰਦੇ ਠਿਕਰੀ ਨਿਸ਼ਾਦਰ। ਜਦੋਂ ਕਿਸੇ ਨੂੰ ਸੱਪ ਕੱਟਦਾ ਵਾ, ਮੰਨ ਲਓ ਮੈਨੂੰ ਇਸ ਜਗ੍ਹਾ ਤੇ ਸੱਪ ਕੱਟ ਗਿਆ, ਮੈਂ ਇਸ ਚੀਜ਼ ਦੇ ਨਾਲ ਉਹ ਜਗ੍ਹਾ ਨੂੰ ਬੰਨ੍ਹ ਲੈਣਾ। ਇੱਥੋਂ ਬੰਨ੍ਹ ਲਿਆ ਤੇ ਇੱਥੋਂ ਬੰਨ੍ਹ ਲੈਣਾ। ਦੋ ਥਾਵਾਂ ਤੋਂ ਮੈਂ ਚੀਜ਼, ਇੱਕ ਮਿੰਟ, ਦੋ ਥਾਵਾਂ ਤੋਂ ਜਿਹੜੀ ਚੀਜ਼ ਵਾ ਉਹ ਮੈਂ ਬੰਨ੍ਹ ਲਈ। ਉਸ ਤੋਂ ਬਾਅਦ ਜੋ ਮੈਂ ਇੱਕ ਸਿਰਿੰਜ ਲੈਣੀ ਆ, ਸਿਰਿੰਜ ਇਸ ਤਰੀਕੇ ਨਾਲ ਸਿੱਧੀ ਹੁੰਦੀ ਆ, ਇਹਨੂੰ ਇਸ ਤਰੀਕੇ ਦੇ ਨਾਲ ਕੱਟ ਲਈਦਾ ਵਾ। ਸਿਰਿੰਜ ਲੈ ਲਈ, ਜਿੱਥੇ ਮੈਨੂੰ ਸੱਪ ਦੇ ਦੰਦ ਕੱਟੇ ਆ, ਭਾਵੇਂ ਉਹ ਜ਼ਰੀਲਾ ਵਾ ਭਾਵੇਂ ਉਹ ਕੋਬਰਾ ਵਾ, ਜਿਹੜਾ ਮਰਜ਼ੀ ਆ, ਆਪਾਂ ਇਸ ਤਰੀਕੇ ਦੇ ਨਾਲ ਉੱਥੇ ਸਿਰਿੰਜ ਰੱਖਣੀ। ਸਿਰਿੰਜ ਰੱਖ ਕੇ ਇਹਨੂੰ ਖਿੱਚਣਾ ਬਿਨਾਂ ਚੀਰਾ ਦੇਣ ਤੋਂ। ਜਿੱਥੇ ਸੱਪ ਦੇ ਦੰਦ ਵੱਜੇ ਹੁੰਦੇ ਆ, ਉਸ ਦੰਦਾਂ ਦੇ ਦਾਣੀ ਤੁਸੀਂ ਆਹ ਜਿਹੜਾ ਡੂੰਘਾ ਵਾ, ਇਹ ਸੱਪ ਦੇ ਲਹੂ ਦੇ ਨਾਲ ਸਿਰਿੰਜ ਦੇ ਨਾਲ ਕੱਢ ਸਕਦੇ ਜੀ। ਫਿਰ ਉਸ ਤੋਂ ਬਾਅਦ ਜੋ 2-3 ਵਾਰੀ ਸਿਰਿੰਜ ਨਾਲ ਲਹੂ ਕੱਢ ਕੇ ਇਸ ਚੀਜ਼ ਨੂੰ ਕਹਿੰਦੇ ਠਿਕਰੀ ਨਿਸ਼ਾਤਰ। ਇਸ ਚੀਜ਼ ਦਾ ਪਾਊਡਰ ਬਣਾ ਲਈਦਾ। ਪਾਊਡਰ ਬਣਾ ਕੇ ਜਿਸ ਤਰ੍ਹਾਂ ਇੱਥੇ ਸੱਪ ਕੱਟੇ, ਛੋਟੇ ਛੋਟੇ 5-4 ਚੀਰੇ ਦੇਣੇ ਆ। ਚੀਰੇ ਦੇ ਕੇ ਤੇ ਇਹ ਚੀਰਿਆਂ ਦੇ ਵਿੱਚ ਇਹਦਾ ਪਾਊਡਰ ਭਰਨਾ ਵਾ। ਇਹਦੇ ਪਾਊਡਰ ਭਰਨ ਦੇ ਨਾਲ ਇਹ ਕਿ ਜਿਹੜਾ ਸਰੀਰ ਦੇ ਵਿੱਚ ਜ਼ਹਿਰ ਫੈਲਣਾ ਵਾ, ਇਹ ਗੱਲ ਪੱਕੀ ਆ ਵੀ ਉਹ ਚੀਜ਼ ਇਸ ਚੀਜ਼ ਦੇ ਜ਼ਹਿਰ ਨੂੰ ਗਾਹ ਨਹੀਂ ਵਧਣ ਦਊਗੀ, ਉਹ ਜ਼ਹਿਰ ਨੂੰ ਖਤਮ ਕਰ ਦੂਗੀ। ਡਾਕਟਰ ਨਹੀਂ ਮੰਨਦੇ ਇਸ ਚੀਜ਼ ਨੂੰ, ਪਰ ਜਿੰਨੇ ਜੋਗੀ ਆ ਉਹ ਨਿਸ਼ਾਦਰ ਵਰਤਦੇ ਆ। ਸਟਾਰਟਿੰਗ ਅਸੀਂ ਨਿਸ਼ਾਦਰ ਵਰਤਣਾ। ਉਸ ਤੋਂ ਬਾਅਦ ਜੋ ਸਾਡੇ ਕੋਲ ਕੁਝ ਹੋਰ ਦਵਾਈਆਂ ਹੁੰਦੀਆਂ ਵਾ, ਅਸੀਂ ਨਿਸ਼ਾਦਰ 'ਚ ਮਿਕਸ ਕਰ ਲਈਦੀਆਂ। ਅਸੀਂ ਇਸ ਚੀਜ਼ ਦੀ ਪਾਵਰ ਵਧਾ ਲੈਂਦੇ ਆ, ਪਰ ਆਮ ਬੰਦੇ ਨੇ ਪਾਵਰ ਨਹੀਂ ਵਧਾਉਣੀ, ਸਿਰਫ ਨਿਸ਼ਾਦਰ ਵਰਤਣਾ। ਠੀਕਰੀ ਨਿਸ਼ਾਦਰ ਹੁੰਦਾ ਵਾ, ਇੱਕ ਨਿਸ਼ਾਦਰ ਸ਼ਰਾਬ 'ਚ ਪਾਉਣ ਵਾਲਾ ਹੁੰਦਾ ਵਾ। ਇਹ ਨਿਸ਼ਾਦਰ ਸਾਰੇ ਇੱਕੋ ਜਿਹੇ ਹੁੰਦੇ ਆ, ਪਰ ਉਹ ਥੋੜਾ ਸਫਾਈ ਦੇ ਵਿੱਚ ਬਣਿਆ ਹੁੰਦਾ ਵਾ। ਇਹ ਮੈਂ ਹੁਣੇ ਹੀ ਛੱਡ ਦੇਣਾ ਵਾ, ਖਾਲੀ ਦਾ ਵੇਖ ਕੇ ਘਰ ਵਾਲਿਆਂ ਦੀ। ਮੈਂ ਹਰ ਇੱਕ ਸੱਪ ਇਸ ਤਰੀਕੇ ਨਾਲ ਫੜਦਾ ਵਾ, ਕੋਈ ਤਗੜਾ ਵਾ, ਕੋਈ ਮਾੜਾ ਵਾ, ਕੋਈ ਜਿਹੜਾ ਮਰਜ਼ੀ ਸੱਪ ਆ। ਤੇ ਮੈਂ ਕਦੀ ਸੱਪ ਦਾ ਜ਼ਹਿਰ ਨਹੀਂ ਕੱਢਿਆ, ਕਦੀ ਦੰਦ ਨਹੀਂ ਤੋੜੇ, ਕਦੀ ਚੋਰੀ ਨੂੰ ਨਹੀਂ ਦਿੱਤਾ। ਮੈਂ ਤੇਰੇ ਕੋਲ ਜੈ ਸ਼ੰਕਰ ਜੈ ਨਾਗ ਦੇਵਤਾ। ਮੈਂ ਜ਼ਿਲ੍ਹਾ ਤਰਨਤਾਰਨ ਸ਼ਹਿਰ ਪੱਟੀ ਦਾ ਰਹਿਣ ਵਾਲਾ ਵਾਂ। ਇਹ ਮੇਰਾ ਦੂਜਾ ਸੱਪ ਜੇ। ਲਓ ਜੀ, ਜਿੱਥੇ ਤੁਸੀਂ ਖੋਲੋ। ਆਲਾ ਆਲਾ ਕਦੀ ਜਿਸ ਤਰ੍ਹਾਂ ਕਰਦੇ ਤੁਸੀਂ, ਕਦੀ ਕੱਟਿਆ ਵੀ ਹੈ ਕਿਸੇ ਸੱਪ ਨੇ ਤੁਹਾਨੂੰ? ਮੈਨੂੰ 2 ਸਾਲਾਂ 'ਚ 22 ਸੱਪਾਂ ਨੇ ਕੱਟਿਆ। ਮੇਰੇ ਏਰੀਏ 'ਚ ਮੈਂ ਪ੍ਰੂਵ ਕਰ ਸਕਦਾ, ਇੱਕ ਵਾਰੀ ਮੈਨੂੰ ਇੱਕ ਸੱਪ ਨੇ ਕੱਟਿਆ, ਮੇਰੀ ਪੂਰੀ ਲੱਤ ਬਲਾਸਟ ਹੋ ਗਈ। ਮੈਂ 1.5 ਮਹੀਨਾ ਮੰਜੀ ਤੇ ਰਿਹਾ। ਮੈਂ 15 ਦਿਨ ਮੰਜੀ ਤੇ ਬਾਥਰੂਮ ਬਾਲਟਾ ਰੱਖ ਕੇ ਕੀਤਾ ਕਿ ਜਦੋਂ ਮੈਂ ਪੈਰ ਥੱਲੇ ਲਾਉਂਦਾ ਸੀ, ਉਹ ਲੱਤ ਦਾ ਜਿਹੜਾ ਪੈਰ ਦਾ ਸੀ ਮਾਸ ਪਾੜ ਜਾਂਦਾ ਸੀ। ਗੋਡੇ ਤੋਂ ਥੱਲੇ ਮੇਰੀ ਲੱਤ ਕਾਫੀ ਜ਼ਿਆਦਾ ਗਲ ਚੁੱਕੀ ਸੀ। ਪਰ ਜਦੋਂ ਕਿਸੇ ਨੇ ਕਹਿਣਾ ਸੱਪ ਨਿਕਲਿਆ ਵਾ, ਘਰ ਆਇਓ, ਉਹਨਾਂ ਨੇ ਮੋਟਰਸਾਈਕਲ ਲਿਆਉਣਾ, ਮੈਂ ਇੱਕ ਹੌਕੀ ਜਾਂ ਡੰਡੇ ਦੀ ਸਹਾਰੇ, ਲੱਤ ਦੇ ਸਹਾਰੇ ਦੇ ਨਾਲ ਮੈਂ ਜਾ ਕੇ ਸੱਪ ਫੜਨੇ ਆ। ਉਸ ਟਾਈਮ ਮੈਂ ਸ਼ਹਿਰ ਵਾਲੇ ਨੂੰ ਵੀਡੀਓ ਪਾਈ ਕਿ ਮੇਰੇ ਅੱਜ ਬੱਚੇ ਰੋਟੀ ਤੋਂ ਤੰਗ ਆ, ਮੇਰੀ ਹੈਲਪ ਕਰੋ। ਮੇਰੀ ਕਿਸੇ ਨੇ 1 ਰੁਪਏ ਦੀ ਹੈਲਪ। ਮਹਾਰਾਜ ਜੀ, ਗੁਰਦੁਆਰੇ ਸੱਪ ਨਿਕਲੇ, ਚਰਚ ਨਿਕਲੇ, ਮੰਦਿਰ ਨਿਕਲੇ, ਸਰਕਾਰੀ ਸਕੂਲ 'ਚ ਨਿਕਲੇ, ਨਿਰੰਕਾਰੀਆਂ ਦੇ ਭਵਨ 'ਚ ਨਿਕਲੇ, ਰਾਧਾ ਸੁਆਮੀਆਂ ਦੇ ਡੇਰੇ 'ਚ ਨਿਕਲੇ, ਕਿਸੇ ਮੰਦਿਰ 'ਚ ਨਿਕਲੇ। ਮੈਂ ਤੇਲ ਦਾ ਖਰਚਾ ਵੀ ਨਹੀਂ ਲੈਣਾ। ਕਦੀ ਕਿਸੇ ਨੇ ਸਟੇਜ ਤੇ ਸੱਦ ਕੇ 10 ਰੁਪਏ ਦਾ ਸਰੋਪਾ ਨਹੀਂ ਪਾਇਆ। ਇੱਕ ਸਕੂਲ ਦੇ ਵਿੱਚ ਮੈਨੂੰ 5-5 ਸਾਲ ਹੋ ਗਏ ਸੱਪ ਫੜਦਿਆਂ। ਮੈਂ 25-25, 30-30 ਸੱਪ ਉਹ ਸਕੂਲ, ਉਹ ਕਾਲਜ ਦੇ ਵਿੱਚੋਂ ਫੜਦਾ ਵਾਂ। ਅੱਜ ਤੱਕ ਕਦੀ ਉਹਨਾਂ ਨੇ ਸਟੇਜ ਤੇ ਸੱਦ ਕੇ, ਕਿਸੇ ਫੰਕਸ਼ਨ 'ਚ ਸੱਦ ਕੇ ਇੱਕ 50 ਰੁਪਏ ਦੀ ਟਰੋਫੀ ਨਹੀਂ ਦਿੱਤੀ। ਕਿਸੇ ਨੇ ਕਦਰ ਨਹੀਂ ਪਾਈ। ਇਹ ਜਿਹੜਾ ਸੱਪ ਤੁਸੀਂ ਕਿਸੇ ਦੇ ਘਰ ਫੜਨ ਜਾਂਦੇ, ਜਦੋਂ ਉਹਨਾਂ ਤੋਂ ਕੋਈ ਖਰਚਾ 1000, 2000 ਜਾਂ 10000 ਕੋਈ ਲੈਂਦੇ ਪੈਸਾ ਵੀ? ਬਹੁਤ ਵਧੀਆ ਸਵਾਲ ਕੀਤਾ। 10 ਸਾਲ ਮੈਂ ਕਿਸੇ ਕੋਲ 1 ਰੁਪਈਆ ਸੱਪ ਫੜਨ ਦਾ ਨਹੀਂ ਲਿਆ। ਰਾਤ 1 ਵਜੇ ਜਾਣਾ ਵਾ, ਕਿਸੇ ਨੇ ਫੋਨ ਕੀਤਾ, ਸਰਵਿਸ ਮੇਰੀ 10-15
ਕਿਲੋਮੀਟਰ ਦੀ ਰੇਂਜ ਦੇ ਵਿੱਚ ਸੱਪ ਫੜ ਲਈ ਕੋਈ ਛੱਤੇ ਮੈਂ 20 ਮਿੰਟ ਦੇ ਵਿੱਚ ਪਹੁੰਚ ਜਾਂਦਾ। ਸਿਰਫ ਮੋਟਰਸਾਈਕਲ ਹੋਣਾ, ਬੈਗ ਲੈਣਾ ਤੇ ਮੈਂ ਉਹ ਜਾ ਕੇ ਸੱਪ ਫੜ ਦੇਣਾ। ਮੈਂ 10 ਸਾਲ ਸੱਪ ਫੜਨ ਦਾ ਕੋਈ ਪੈਸਾ ਨਹੀਂ ਲਿਆ। ਜਦੋਂ ਮੇਰੀ ਲੱਤ ਗਲ ਗਈ ਤੇ ਮੈਂ ਸੋਚਿਆ ਕਿ ਮੈਂ ਕੰਮ ਤਾਂ ਆਪਣੇ ਸ਼ੌਂਕ ਲਈ ਕਰਦਾ, ਤਾਂ ਪੈਪਸੀ ਗੱਡੀ ਦੀ ਕੰਪਨੀ ਦੀ ਗੱਡੀ ਚਲਾਉਣਾ ਵਾ, ਰੋਜੀ ਰੋਟੀ ਘਰਦਿਆਂ ਨੂੰ ਮਿਲੀ ਜਾਂਦੀ ਹੈ ਤੇ ਮੈਂ ਇਹ ਕੰਮ ਛੱਡਦਾ। ਪਰ ਫਿਰ ਮੈਂ ਇੱਕ ਦਿਨ ਸੁੱਤੇ ਪਿਆ ਨੇ ਸੋਚਿਆ ਕਿ ਇੰਨੇ ਟਾਈਮ ਲੋਕਾਂ ਦੀ ਸੇਵਾ ਕੀਤੀ ਹੈ, ਕਿਉਂ ਨਾ ਬੇਜ਼ਬਾਨ ਜਾਨਵਰਾਂ ਦੀ ਸੇਵਾ ਕੀਤੀ ਜਾਏ। ਮੈਂ ਜਦੋਂ ਸੱਪ ਫੜਦਾ ਮੈਂ 1000 ਰੁਪਇਆ ਲੈਣਾ ਇੱਕ ਸੱਪ ਦਾ। ਉਹਦੇ ਵਿੱਚ ਮੈਂ ਕਹਿੰਦਾ ਵੀ 500 ਰੁਪਏ ਦਾ ਦੁੱਧ ਆਪਣੇ ਮਹੱਲੇ ਦੇ ਕੁੱਤਿਆਂ ਨੂੰ ਪਾ ਦਿਓ, ਮੈਨੂੰ ਕੋਈ ਇਤਰਾਜ਼ ਨਹੀਂ। ਉਹਦੇ ਵਿੱਚ 500 ਰੁਪਈਆ ਮੈਂ ਲੈਣਾ ਵਾ। ਉਹਦੇ ਵਿੱਚ ਜਦੋਂ ਮੈਂ ਸੱਪ ਫੜਦਾ ਵਾਂ, ਸਾਡਾ ਕੜਾਹੀ ਹੁੰਦੀ ਆ, ਬਾਬਿਆਂ ਨੂੰ ਦੇਸੀ ਘਿਓ ਦਾ ਪ੍ਰਸ਼ਾਦ ਚੜਾਈਦਾ ਵਾ, 200-300 ਰੁਪਇਆ ਉਹਦੇ ਤੇ ਲੱਗਦਾ। ਜਿਹੜਾ ਬਾਕੀ ਦਾ 100-200 ਰੁਪਈਆ ਵੱਧਦਾ ਵਾ, ਕਿਸੇ ਕੁੱਤੇ ਨੂੰ ਗਲੂਕੋਸ਼ ਦੀ ਲੋੜ ਆ, ਕਿਸੇ ਨੂੰ ਟੀਕੇ ਲਵਾਉਣ ਦੀ ਲੋੜ ਆ, ਕਿਸੇ ਦੇ ਕੰਨ 'ਚ ਕੀੜੇ ਪਏ ਆ, ਕਿਸੇ ਨੂੰ ਟ੍ਰੀਟਮੈਂਟ ਦੀ ਲੋੜ ਆ, ਮੈਂ ਉਹ ਆਪਣੀ ਜੇਬ 'ਚੋਂ ਕਰਦਾ। ਨਾ ਮੇਰੇ ਨਾਲ ਕੋਈ ਸੰਸਥਾ ਜੁੜੀ ਆ, ਨਾ ਮੇਰੇ ਨਾਲ ਕੋਈ ਸ਼ਹਿਰ ਦਾ ਲੋਕ ਜੋੜਿਆ, ਨਾ ਕੋਈ ਮੈਨੂੰ YouTube ਤੋਂ ਪੈਸੇ ਆਉਂਦੇ ਆ, ਤੇ ਨਾ ਹੀ ਕੋਈ ਬੰਦਾ ਆਣ ਕੇ ਮੇਰੇ ਕਹਿੰਦਾ ਵੀ ਭਾਜੀ ਇਹ 2000 ਰੁਪਈਆ 500 ਰੁਪਈਆ ਲੈ ਕੇ ਤੇ ਕੁੱਤਿਆਂ ਦੀ ਸੇਵਾ ਕਰੋ। ਇੰਨਾ ਖਤਰਨਾਕ ਤੁਸੀਂ ਕੰਮ ਕਰਦੇ ਜੇ, ਜ਼ਿੰਦਗੀ ਮੌਤ ਨਾਲ ਖੇਡਦੇ ਜੇ। ਕਦੀ ਪਰਿਵਾਰ ਦੇ ਵਿੱਚ ਬੱਚਿਆਂ ਪਰਿਵਾਰ ਨੇ ਕਿਹਾ ਨਹੀਂ ਕਿ ਪਾਪਾ ਤੁਸੀਂ ਕਿਉਂ ਕਰਦੇ ਹੋ, ਜੇ ਕੁਝ ਹੋ ਗਿਆ ਤੁਹਾਨੂੰ ਤੇ ਫਿਰ ਸਾਡਾ ਕੀ ਬਣੂਗਾ? ਸਾਰੇ ਕਹਿੰਦੇ ਆ, ਵਾਈਫ ਨੇ ਬਹੁਤ ਡੱਕਿਆ, ਸਹੁਰਿਆਂ ਨੇ ਬਹੁਤ ਡੱਕਿਆ, ਭੈਣ ਭਰਾ ਦੇ ਅੱਜ ਤੱਕ ਡੱਕਦੇ ਆ। ਜਦੋਂ ਵੀ ਕੋਈ ਸੱਪ ਫੜਦੇ ਦੀ ਨਵੀਂ ਵੀਡੀਓ ਦੇਖਦੇ ਆ, ਜਿੱਦਾਂ ਮੋਢੇ ਤੇ ਰੱਖਦਾ ਬਹੁਤ ਗਾਲਾਂ ਕੱਢਦੇ ਆ ਭੈਣ ਭਰਾ ਕਿ ਤੂੰ ਕੰਜਰਾ ਕਿਹੜੇ ਕੰਮ 'ਚ ਪੈ ਗਿਆ। ਸ਼ੌਂਕ ਆ, ਸ਼ੌਂਕ ਇਹ ਸੀ ਕਿ ਮੇਰੇ ਸ਼ਹਿਰ 'ਚ ਨਾਮ ਹੋਏ। ਜਦੋਂ ਮੈਂ ਹੱਥ ਤੇ ਆ ਮੁੰਦਰੀਆਂ ਤੇ ਕੜੇ ਪਾਉਣੇ ਸ਼ੁਰੂ ਕੀਤੇ, ਮੇਰੀ ਸਰਕਾਰ ਨੇ ਮੇਰਾ ਦਿਨਾਂ 'ਚ ਨਾਂ ਮੇਰੇ ਸ਼ਹਿਰ 'ਚ ਕੀਤਾ। ਉਸ ਤੋਂ ਬਾਅਦ ਜੋ ਸ਼ੌਂਕ ਹੋਇਆ ਕਿ ਮੇਰਾ ਜ਼ਿਲ੍ਹੇ 'ਚ ਨਾਂ ਹੋਏ, ਮੇਰੇ ਮਾਲਕ ਨੇ ਮੇਰਾ